ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਗੌੜੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਸਾਰੇ ਵੀਰ ਭੈਣਾਂ ਮਿਲ ਕੇ, ਔਰ ਜੀਵਨ ਜੁਗਤ ਸਿੱਖਣ ਦੀ ਟਰਾਈ ਕਰ ਰਹੇ ਹਾਂ। ਕੱਲ ਤੱਕ ਅਸੀਂ 2 ਪੌੜੀਆਂ ਦੀ ਵਿਚਾਰ ਸਾਂਝੀ ਕੀਤੀ ਸੀ। ਅੱਜ ਤੀਜੀ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਸਭ ਤੋਂ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 318 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ। ਸੁਹਾਵੜਾ ਦਾ ਮਤਲਬ ਸੋਹਣਾ, ਜਿਤ ਦਾ ਮਤਲਬ ਜਿਸ ਵਿੱਚ, ਚਿੱਤ ਦਾ ਮਤਲਬ ਚਿੱਤ ਵਿੱਚ। ਆਮ ਕਰਕੇ ਸਾਡੇ ਸਮਾਜ ਦੇ ਅੰਦਰ ਵਹਿਮ ਰਿਹਾ ਹੈ, ਔਰ ਅੱਜ ਵੀ ਬਹੁਤੇ ਥਾਵਾਂ ਤੇ ਹੈ, ਕਿ ਕੋਈ ਸਮਾਂ ਚੰਗਾ ਹੁੰਦਾ ਹੈ ਤੇ ਕੋਈ ਸਮਾਂ ਮਾੜਾ ਹੁੰਦਾ ਹੈ। ਕੋਈ ਦਿਨ ਸ਼ੁਭ ਹੈ ਔਰ ਕੋਈ ਦਿਨ ਅਸ਼ੁਭ ਹੈ। ਕੋਈ ਮਹੀਨਾ ਸ਼ੁਭ ਹੈ ਔਰ ਕੋਈ ਮਹੀਨਾ ਅਸ਼ੁਭ ਹੈ। ਇਹ ਵਿਚਾਰ ਆਮ ਕਰਕੇ ਚੱਲਦੀ ਰਹਿੰਦੀ। ਪਰ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਡੇ ਇਹ ਸਾਰੇ ਸ਼ੰਕੇ ਔਰ ਵਹਿਮ ਦੂਰ ਕਰ ਦਿੱਤੇ ਨੇ, ਇਹ ਗੱਲ ਕਹਿ ਕੇ ਕਿ ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਕਿ ਹਰ ਉਹ ਮਹੀਨਾ, ਵਾਰ, ਦਿਨ ਸੁਹਾਵਣਾ ਔਰ ਭਲਾ ਹੈ ਜਦੋਂ ਸਾਨੂੰ ਰੱਬੀ ਗੁਣ ਯਾਦ ਆਉਂਦੇ ਨੇ, ਜਦੋਂ ਅਸੀਂ ਸੱਚ ਦੇ ਨਾਲ ਜੁੜੇ ਹੋਏ ਹਾਂ। ਜੇ ਅਸੀਂ ਸੱਚ ਦੇ ਨਾਲ ਜੁੜੇ ਹਾਂ, ਰੱਬੀ ਗੁਣ ਸਾਡੇ ਚੇਤੇ ਵਿੱਚ ਨੇ, ਰੱਬੀ ਗੁਣਾਂ ਨੂੰ ਅਸੀਂ ਇੰਪਲੀਮੈਂਟ ਕਰ ਰਹੇ ਹਾਂ, ਉਹ ਦਿਨ, ਉਹ ਸਮਾਂ ਸਾਡੇ ਵਾਸਤੇ ਬਹੁਤ ਸੁਹਾਵਣਾ ਹੈ। ਤੇ ਜੇ ਕੋਈ ਸੱਚ ਦੇ ਨਾਲ ਟੁੱਟਿਆ ਹੋਇਆ ਹੈ ਤਾਂ ਫਿਰ ਉਹਦੇ ਵਾਸਤੇ ਹਰ ਸਮਾਂ ਹੀ ਬੁਰਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਸ ਦਿਨ ਨੂੰ ਹੀ ਚੰਗਾ ਔਰ ਸੋਹਣਾ ਜਾਣੋ, ਸਮਝੋ, ਜਿਸ ਦੇ ਅੰਦਰ ਪ੍ਰਭੂ ਸਾਡੇ ਚਿੱਤ ਵਿੱਚ ਵਸ ਜਾਏ। ਜਦੋਂ ਸਾਡੇ ਸੋਚ ਦੇ ਅੰਦਰ ਰੱਬੀ ਗੁਣ ਵਸ ਜਾਣ, ਉਹ ਦਿਨ, ਉਹ ਸਮਾਂ ਸੁਹਾਵਣਾ ਹੈ। ਯਾਨੀ ਜੇ ਅਸੀਂ ਆਪਣੇ ਸਮੇਂ ਨੂੰ, ਹਰ ਦਿਨ ਨੂੰ ਸੁਹਾਵਣਾ ਔਰ ਸੁਖੀ ਅਤੇ ਸ਼ਾਂਤ ਰਹਿ ਕੇ ਬਿਤਾਉਣਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ ਕਿ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਈਏ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਭਲੇਰੀ ਦਾ ਮਤਲਬ ਮਾੜੀ, ਭਲੀ ਤੋਂ ਉਲਟ, ਮੰਦੀ। ਜਿਤ ਦਿਨ ਦਾ ਮਤਲਬ ਜਿਸ ਦਿਨ ਵਿੱਚ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਜਿਸ ਦਿਨ ਵਿੱਚ ਪਾਰ ਬ੍ਰਹਮ ਭੁੱਲ ਜਾਏ, ਰੱਬੀ ਗੁਣ ਭੁੱਲ ਜਾਣ, ਬੰਦਾ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਨਾ ਕਰੇ, ਰੱਬੀ ਗੁਣਾਂ ਦੇ ਨਾਲੋਂ ਟੁੱਟ ਜਾਏ। ਫਿੱਟ ਭਲੇਰੀ ਰੁੱਤ ਦਾ ਮਤਲਬ ਉਹ ਸਮਾਂ ਔਰ ਉਹ ਰੁੱਤ ਨੂੰ ਫਿਟਕਾਰ ਯੋਗ ਸਮਝੋ। ਲਾਨਤ ਯੋਗ ਮੀਨਸ ਕਿ ਉਹ ਸਮਾਂ, ਉਹ ਰੁੱਤ ਭੈੜੀ ਹੈ, ਫਿਟਕਾਰ ਯੋਗ ਹੈ, ਜਦੋਂ ਸਾਨੂੰ ਪ੍ਰਭੂ ਦੇ ਗੁਣ ਵਿਸਰ ਜਾਂਦੇ ਨੇ। ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਜਿਵੇਂ ਹੁਣ ਬਸੰਤ ਬਹਾਰ ਹੈ, ਮਾਨੋ ਬਸੰਤ ਬਹਾਰ ਦੇ ਅੰਦਰ 4 ਚੁਫੇਰੇ ਫੁੱਲ ਖਿੜੇ ਨੇ, ਨਵੀਆਂ ਪੱਤੀਆਂ ਨੇ, ਵਨਸਪਤੀ ਤੇ 4 ਚੁਫੇਰੇ ਜੀਵਨ ਦਾ ਨਵਾਂ ਸੰਚਾਰ ਹੈ। ਔਰ ਅਸੀਂ ਕਿਸੇ ਪਹਾੜ ਦੇ ਕਿਨਾਰੇ ਵਾਲੇ ਪਾਸੇ ਆ, ਜਿੱਥੇ ਝਰਨੇ ਚੱਲ ਰਹੇ ਨੇ, ਜਿੱਥੇ ਬਹੁਤ ਸੁੰਦਰ ਵਨਸਪਤੀ ਹੈ, ਮੌਸਮ ਬੜਾ ਸੁਹਾਵਣਾ ਹੈ, ਰੁੱਤ ਬੜੀ ਮਿੱਠੀ ਔਰ ਚੰਗੀ ਹੈ, 4 ਚੁਫੇਰੇ ਫੁੱਲ ਔਰ ਸੁਗੰਧੀਆਂ ਨੇ। ਲੇਕਿਨ ਜੇ ਬੰਦੇ ਦਾ ਆਚਰਣ ਚੰਗਾ ਨਹੀਂ, ਜੇ ਬੰਦੇ ਦੀ ਮਾਨਸਿਕਤਾ ਦੇ ਅੰਦਰ ਸੱਚ ਨਹੀਂ, ਗੁਣ ਨਹੀਂ, ਤਾਂ ਇਹ ਜਿਹੜੀ ਚੰਗੀ ਰੁੱਤ ਹੈ ਉਹ ਸਾਨੂੰ ਸ਼ਾਂਤੀ ਨਹੀਂ ਦੇ ਸਕੇਗੀ। ਸਾਡੇ ਜੀਵਨ ਨੂੰ ਰੁੱਤ ਜਾਂ ਕੋਈ ਦਿਨ ਸੁਹਾਵਣਾ ਨਹੀਂ ਬਣਾ ਸਕੇਗਾ। ਸਾਡੇ ਜੀਵਨ ਨੂੰ ਸੁਹਾਵਣਾ ਗੁਣਾਂ ਨੇ ਬਣਾਉਣਾ ਹੈ। ਸਾਡੇ ਆਚਰਣ ਨੇ, ਸਾਡੇ ਵਿਵਹਾਰ ਨੇ, ਸਾਡੇ ਬੋਲਾਂ ਨੇ, ਸਾਡੀ ਸੋਚ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਦਿਨ ਔਰ ਜਿਸ ਰੁੱਤ ਦੇ ਅੰਦਰ ਪ੍ਰਭੂ ਭੁੱਲ ਜਾਏ, ਉਹ ਰੁੱਤ ਨਿੰਦਨਯੋਗ ਹੈ। ਭਾਵ ਉਹ ਰੁੱਤ ਚੰਗੀ ਨਹੀਂ ਹੈ, ਉਹ ਰੁੱਤ ਤੁਹਾਨੂੰ ਸੁਖੀ ਔਰ ਸ਼ਾਂਤ ਨਹੀਂ ਕਰ ਸਕਦੀ। ਮਹਿਲਾ ਪੰਜਵਾਂ। ਨਾਨਕ ਮਿਤਰਾਈ ਤਿਸ ਸਿਉ, ਸਭ ਕਿਛ ਜਿਸ ਕੈ ਹਾਥ,
ਮਿਤਰਾਈ ਦਾ ਮਤਲਬ ਦੋਸਤੀ, ਮਿੱਤਰਤਾ। ਮਨੁੱਖ ਨੂੰ ਜ਼ਿੰਦਗੀ ਜੀਣ ਵਾਸਤੇ ਸੱਜਣ ਮਿੱਤਰ ਚਾਹੀਦੇ ਨੇ। ਇਸੇ ਕਰਕੇ ਸਾਡੇ ਰਿਸ਼ਤੇ ਨਾਤੇ ਨੇ, ਨਾਨਕੇ, ਦਾਦਕੇ, ਸਹੁਰੇ, ਸੱਜਣ ਮਿੱਤਰ, ਯਾਰ ਦੋਸਤ, ਇਸ ਕਰਕੇ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਆਵੇ। ਕਿਉਂਕਿ ਇਕੱਲਾਪਨ ਬੰਦੇ ਦੇ ਅੰਦਰ ਮਾਨਸਿਕ ਰੋਗ ਪੈਦਾ ਕਰਦਾ ਹੈ। ਔਰ ਇਹ ਸੋਚੋ ਕਿ ਜੇ ਇਸ ਦੁਨੀਆ ਵਿੱਚ ਬੰਦਾ ਇਕੱਲਾ ਹੀ ਹੋਵੇ ਤੇ ਕਿੰਨੇ ਵੀ ਉਹਦੇ ਕੋਲ ਪਦਾਰਥ ਹੋਣ, ਉਹਦੀ ਜ਼ਿੰਦਗੀ ਕੈਸੀ ਹੋਏਗੀ? ਇਕੱਲੇਪਨ ਦੇ ਅੰਦਰ ਜ਼ਿੰਦਗੀ ਸੁਖੀ ਔਰ ਸ਼ਾਂਤ ਨਹੀਂ ਹੁੰਦੀ। ਸਾਨੂੰ ਜ਼ਿੰਦਗੀ ਜੀਣ ਵਾਸਤੇ ਰਿਸ਼ਤੇਦਾਰ, ਸੱਜਣ ਮਿੱਤਰ ਚਾਹੀਦੇ ਨੇ, ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਪਰ ਵੇਖਣ ਵਿੱਚ ਇਹ ਆਉਂਦਾ ਹੈ ਕਿ ਜਿੰਨੇ ਵੀ ਸਾਨੂੰ ਦੁੱਖ ਮਿਲੇ ਨੇ ਬਹੁਤੇ, ਉਹ ਸਾਨੂੰ ਦੁਸ਼ਮਣਾਂ ਤੋਂ ਨਹੀਂ, ਉਹ ਆਪਣਿਆਂ ਤੋਂ ਜ਼ਿਆਦਾ ਮਿਲੇ ਨੇ। ਰਿਸ਼ਤੇਦਾਰਾਂ ਤੋਂ, ਸੱਜਣਾ ਮਿੱਤਰਾਂ ਤੋਂ, ਯਾਰਾਂ ਦੋਸਤਾਂ ਤੋਂ, ਆਪਣਿਆਂ ਤੋਂ ਦੁੱਖ ਜ਼ਿਆਦਾ ਮਿਲੇ ਨੇ। ਤਾਂ ਜੇ ਕੋਈ ਦੁੱਖ ਦੇ ਰਿਹਾ ਹੈ ਤਾਂ ਉਹਨੂੰ ਅਸੀਂ ਆਪਣਾ ਨਹੀਂ ਕਹਿ ਸਕਦੇ, ਉਹਨੂੰ ਅਸੀਂ ਯਾਰ ਦੋਸਤ ਨਹੀਂ ਕਹਿ ਸਕਦੇ, ਉਹਨੂੰ ਅਸੀਂ ਰਿਸ਼ਤੇਦਾਰ ਨਹੀਂ ਕਹਿ ਸਕਦੇ, ਉਹਨੂੰ ਅਸੀਂ ਚੰਗਾ ਇਨਸਾਨ ਨਹੀਂ ਕਹਿ ਸਕਦੇ। ਚੰਗਾ ਇਨਸਾਨ, ਯਾਰ ਦੋਸਤ, ਰਿਸ਼ਤੇਦਾਰ, ਸੱਜਣ ਮਿੱਤਰ ਉਹ ਹੈ ਜੋ ਸਾਨੂੰ ਅਵਗੁਣਾਂ ਵੱਲੋਂ ਰੋਕੇ, ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਪੈਦਾ ਕਰੇ। ਇਸ ਲਈ ਗੁਰੂ ਜੀ ਸਾਨੂੰ ਇੱਥੇ ਸਮਝਾ ਰਹੇ ਨੇ, ਨਾਨਕ ਮਿਤਰਾਈ ਤਿਸ ਸਿਓ ਸਭ ਕਿਛ ਜਿਸ ਕੈ ਹਾਥ। ਮਿਤਰਾਈ ਦਾ ਮਤਲਬ ਮਿੱਤਰਤਾ। ਜਿਸ ਪ੍ਰਭੂ ਦੇ ਹੱਥ ਦੇ ਅੰਦਰ ਸਭ ਕੁਝ ਹੈ, ਉਹਦੇ ਨਾਲ ਮਿੱਤਰਤਾ ਪਾਣੀ ਚਾਹੀਦੀ ਹੈ, ਉਹਨੂੰ ਆਪਣਾ ਦੋਸਤ ਬਣਾਉਣਾ ਚਾਹੀਦਾ ਹੈ। ਸਭ ਕਿ ਜਿਸ ਕੇ ਹੱਥ ਦਾ ਮਤਲਬ ਜਿਸ ਤੇ ਬਣਾਏ ਕੁਦਰਤੀ ਨੇਮਾਂ ਵਿੱਚ, ਜਿਹਦੇ ਹੁਕਮ ਰਜ਼ਾ ਵਿੱਚ, ਸਿਸਟਮ ਦੇ ਅੰਦਰ ਸਭ ਕੁਝ ਹੈ, ਜਿਹਦੇ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਉਸ ਸਰਬ ਸ਼ਕਤੀਮਾਨ ਪ੍ਰਭੂ ਦੇ ਨਾਲ ਮਿੱਤਰਤਾ ਪਾਣੀ ਚਾਹੀਦੀ ਹੈ, ਉਹਨੂੰ ਆਪਣਾ ਦੋਸਤ ਬਣਾਉਣਾ ਚਾਹੀਦਾ ਹੈ। ਹੁਣ ਰੱਬ ਦੇ ਨਾਲ ਦੋਸਤੀ ਕਿਵੇਂ ਹੋਏਗੀ? ਸਾਡੀ ਸੁਰਤ ਨੇ ਰੱਬੀ ਗੁਣਾਂ ਨੂੰ ਦੋਸਤ ਬਣਾਉਣਾ ਹੈ। ਸੱਚਾਈ, ਨਿਰਭੈਤਾ, ਨਿਰਵੈਰਤਾ, ਦਇਆ, ਪਿਆਰ, ਮੁਹੱਬਤ, ਇਨਸਾਨੀਅਤ ਔਰ ਰੱਬੀ ਰਜ਼ਾ ਦੇ ਵਿੱਚ ਤੁਰਨਾ, ਇਹਦੇ ਨਾਲ ਅਸੀਂ ਮਿੱਤਰਤਾ ਪਾਣੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਦੇ ਹੱਥ ਵਿੱਚ ਸਭ ਕੁਝ ਹੈ, ਜੋ ਸਰਬ ਸ਼ਕਤੀਮਾਨ, ਸਰਬ ਵਿਆਪਕ ਹੈ, ਉਹਦੇ ਨਾਲ ਸਾਨੂੰ ਮਿੱਤਰਤਾ ਪਾਣੀ ਚਾਹੀਦੀ ਹੈ। ਭਾਵ ਕਿ ਉਹਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ ਔਰ ਪ੍ਰਭੂ ਦੀ ਰਜ਼ਾ ਦੇ ਅੰਦਰ ਸਾਨੂੰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਕੁਮਿਤਰਾ ਸਈ ਕਾਂਡੀਆਂ ਹੈ, ਇੱਕ ਵਿਖ ਨਾ ਚੱਲੇ ਸਾਥ। ਕਾਂਡੀਆਂ ਦਾ ਮਤਲਬ ਗਿਣੇ ਜਾਂਦੇ ਨੇ। ਕਾਡੀਏ ਦਾ ਮਤਲਬ ਹੁੰਦਾ ਹੈ ਬਾਹਰ ਕੱਢਣਾ, ਤੇ ਕਾਂਡੀਏ ਦਾ ਮਤਲਬ ਹੁੰਦਾ ਹੈ ਗਿਣੇ ਜਾਣਾ, ਗਿਣਤੀ ਕਰਨੀ। ਕੁਮਿਤਰਾ ਦਾ ਮਤਲਬ ਕੋਝੇ ਮਿੱਤਰ, ਭੈੜੇ ਮਿੱਤਰ। ਕਾਂਡੀਏ ਦਾ ਮਤਲਬ ਕਹੀਦੇ ਨੇ। ਵਿਖ ਦਾ ਮਤਲਬ ਕਦਮ। ਪਰ ਜੋ ਇੱਕ ਕਦਮ ਵੀ ਸਾਡੇ ਨਾਲ ਨਾ ਤੁਰਨ, ਉਹਨਾਂ ਨੂੰ ਅਸੀਂ ਕੁਮਿੱਤਰ ਕਹਿੰਦੇ ਆ। ਉਹ ਭੈੜੇ ਮਿੱਤਰ ਨੇ ਜੋ ਸਾਡੇ ਆਤਮਿਕ ਜੀਵਨ ਦੇ ਅੰਦਰ ਇੱਕ ਕਦਮ ਵੀ ਨਾ ਚੱਲਣ। ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਨੇ, ਈਰਖਾ, ਦਵੇਸ਼, ਵੈਰ, ਵਿਰੋਧ ਹੈ, ਜਾਤੀਵਾਦ ਹੈ, ਆਵਰਤਨ ਰਾਤੇ ਸਰਾਧ ਨੇ, ਤੇ ਆ ਬਾਬਿਆਂ ਆਦਿਕ ਦੀ ਪੂਜਾ ਹੈ, ਮੜੀਆਂ ਮਸਾਣਾ ਨੂੰ ਪੂਜਣਾ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਕਰਮ ਸਾਡੇ ਆਤਮਿਕ ਜੀਵਨ ਦੇ ਨਾਲ ਸਾਥ ਨਹੀਂ ਦਿੰਦਾ। ਇਹਨਾਂ ਕਰਮਾਂ ਚੋਂ ਕੋਈ ਵੀ ਕਰਮ ਸਾਡੀ ਜ਼ਿੰਦਗੀ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਕਰਦਾ। ਇਸ ਲਈ ਇਹਨਾਂ ਮਾੜੇ ਕਰਮਾਂ ਨੂੰ ਕੁਮਿੱਤਰ ਕਿਹਾ ਜਾਏਗਾ। ਇਹਨਾਂ ਨੂੰ ਅਸੀਂ ਦੋਸਤ ਨਹੀਂ ਬਣਾਉਣਾ। ਮਾੜੇ ਕਰਮਾਂ ਦੇ ਨਾਲ ਅਸੀਂ ਆਪਣਾ ਵਾਹ ਨਹੀਂ ਪੈਣ ਦੇਣਾ। ਦੂਜੀ ਗੱਲ, ਜਿਹੜੇ ਲੋਕ ਵਿਕਾਰ ਕਮਾਉਂਦੇ ਨੇ, ਪਾਪ ਕਮਾਉਂਦੇ ਨੇ, ਰਿਸ਼ਵਤਖੋਰ ਨੇ, ਚੋਰ ਨੇ, ਜਾਂ ਮਤਲਬ ਡਰਗ ਆਦਿਕ ਵਰਤਦੇ ਨੇ, ਜਾਂ ਐਸਾ ਕੋਈ 2 ਨੰਬਰ ਦਾ ਧੰਦਾ ਕਰਦੇ ਨੇ, ਉਹਨਾਂ ਦੀ ਸੰਗਤ ਕਰਕੇ ਅਸੀਂ ਉਹ ਕਰਮ ਨਹੀਂ ਕਰਨੇ, ਕਿਉਂਕਿ ਉਹ ਭੈੜੇ ਮਿੱਤਰ ਨੇ। ਉਹ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਕਰਨਗੇ, ਜੋ ਸਾਡੇ ਆਤਮਿਕ ਜੀਵਨ ਵਿੱਚ ਸਾਥ ਹੀ ਨਾ ਦੇਣ। ਉਹਨਾਂ ਨੂੰ ਅਸੀਂ ਮਾੜੇ ਮਿੱਤਰ ਕਹਾਂਗੇ। ਇਸ ਲਈ ਪ੍ਰਭੂ ਦੇ ਗੁਣ ਔਰ ਪ੍ਰਭੂ ਹੀ ਸਾਡਾ ਸੱਚਾ ਮਿੱਤਰ ਹੈ। ਰੱਬੀ ਰਜ਼ਾ ਭਾਣੇ ਵਿੱਚ ਤੁਰਨ ਵਾਲੇ ਲੋਕ ਹੀ ਸਾਡੇ ਆਪਣੇ ਔਰ ਸਾਡੇ ਸੱਜਣ ਮਿੱਤਰ ਹੋ ਸਕਦੇ ਨੇ, ਜੋ ਸਾਨੂੰ ਸੱਚ ਦੇ ਨਾਲ ਜੋੜ ਕੇ ਸਾਡੇ ਅੰਦਰ ਇਨਸਾਨੀਅਤ ਪੈਦਾ ਕਰਨ, ਸਾਡੇ ਅੰਦਰ ਜ਼ਿੰਦਗੀ ਦੀ ਹਰ ਖੁਸ਼ੀ ਪੈਦਾ ਕਰਨ। ਪੌੜੀ, ਅੰਮ੍ਰਿਤ ਨਾਮ ਨਿਧਾਨ ਹੈ,
मिल पीवो भाई। निधान का मतलब है खजाना, यानी सारे सुखां का खजाना। मिल का मतलब मिल के, ते अमृत नाम, नाम का मतलब रब्बी हुक्म, अमृत का मतलब आत्मक जीवन देने वाला। जो रब्बी हुक्म है, जो रब्बी गुणा का खजाना है, ये आत्मक जीवन देने वाला खजाना है, सारे सुखां का खजाना है। इस तरह सानू शरीरक, मानसिक, बौद्धिक, आत्मक आदिक सुख मिलते हैं। मानसिक शांति मिलती है, मानसिक खुशी मिलती है। कादे नाल? जे असीं सच नाल जुड़ीए, दया नाल जुड़ीए, रब्बी रजा दे अंदर तुरीए। ये जो नाम खजाना है ना, गुणा का खजाना, ये आत्मक जीवन देने वाला है, इंसानियत पैदा करने वाला है, साडी जिंदगी नूं अमृत बनाने वाला है। साडे बोल, साडा नजरिया, साडा विहार, साडी सोच अमृत बन जाती। देखो, जो खंडे बाटी का अमृत छकाते हैं, खंडे बाटी की पाहुल या अमृत, दोवें शब्द वरते जाते हैं। तो जदों कोई अमृत पान करन जांदा है, 5 चूड़े उसनूं छकाए जाते हैं, 5 छट्टे उसदियां अखां विच पाए जाते हैं, और 5 छट्टे उसके शीश विच पाए जाते हैं, 5 चूड़े। हुण इहदा भाव की है? ਇਹਦਾ ਭਾਵ ਇਹ ਕਿ ਸਿੱਖਾ ਅੱਜ ਤੋਂ ਲੈ ਕੇ ਤੂੰ ਗੁਰੂ ਵਾਲਾ ਹੋਇਆ, ਤੂੰ ਅੰਮ੍ਰਿਤ ਛਕਿਆ ਹੈ, ਤਾਂ ਅੱਜ ਤੋਂ ਲੈ ਕੇ ਤੇਰੀ ਜ਼ਬਾਨ ਦਾ ਹਰ ਬੋਲ ਅੰਮ੍ਰਿਤ ਵਰਗਾ ਹੋਣਾ ਚਾਹੀਦਾ ਹੈ। ਅੰਮ੍ਰਿਤ ਛਕਾਉਣ ਦੇ ਪਿੱਛੇ ਭਾਵਨਾ ਇਹ ਹੈ ਕਿ ਤੇਰਾ ਹਰ ਬੋਲ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਵਰਗਾ ਹੋਣਾ ਚਾਹੀਦਾ ਹੈ। ਤੇਰੇ ਬੋਲਾਂ ਦੇ ਅੰਦਰ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ, ਤੇਰੇ ਬੋਲਾਂ ਵਿੱਚ ਅੰਮ੍ਰਿਤ ਵਰਗੀ ਮਿਠਾਸ ਹੋਣੀ ਚਾਹੀਦੀ ਹੈ। तेरे बोलना दे अंदर पॉजिटिविटी, सकारात्मकता, चढ़दी कला होनी चाहिए है। तेरे बोलना दे नाल किसी नूं आत्मक जीवन मिलना चाहिए है, दुख नहीं। अखां विच अमृत दे छिट्टे मारन दा मतलब यह है कि सिखा अज तो लैके जो तेरा नजरिया है ये अमृत वर्गा होना चाहिए है। तेरी नजर चो अमृत बरसना चाहिए है, ईरखा दी अग नहीं। तेरियां अखां दे विचों माड़ी नजर नहीं आउणी ਚਾਹੀਦੀ ਕਿ ਤੂੰ ਕਿਸੇ ਨੂੰ, ਕਿਸੇ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਤੱਕੇ, ਕਿਸੇ ਦੇ ਪੈਸੇ ਨੂੰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕੇ। ਤੇਰੀਆਂ ਨਜ਼ਰਾਂ ਦੇ ਅੰਦਰ ਈਰਖਾ ਹੋਵੇ, ਹੰਕਾਰ ਹੋਵੇ, ਐਸਾ ਨਹੀਂ। ਤੇਰੀਆਂ ਨਜ਼ਰਾਂ ਵਿੱਚ ਅੰਮ੍ਰਿਤ ਹੋਣਾ ਚਾਹੀਦਾ, ਅੰਮ੍ਰਿਤ ਵਰਗੀ ਨਜ਼ਰ ਹੋਣੀ ਚਾਹੀਦੀ ਹੈ। ਔਰ ਸ਼ੀਸ਼ ਵਿੱਚ 5 ਛੱਟੇ ਪਾਉਣ ਦਾ ਮਤਲਬ ਇਹ ਹੈ ਕਿ ਤੇਰੀ ਸੋਚ, ਤੇਰੀ ਮੈਂਟੈਲਿਟੀ ਅੰਮ੍ਰਿਤ ਵਰਗੀ ਹੋਣੀ ਚਾਹੀਦੀ, ਆਤਮਿਕ ਜੀਵਨ ਦੇਣ ਵਾਲੀ ਸੋਚ ਹੋਵੇ, ਕਿਸੇ ਨੂੰ ਆਤਮਿਕ ਮੌਤ ਦੇਣ ਵਾਲੀ ਨਾ ਹੋਵੇ। ਤਾਂ ਇਹ ਜੋ ਰੱਬੀ ਗੁਣ ਨੇ, ਇਹ ਆਤਮਿਕ ਜੀਵਨ ਦਾ ਖਜ਼ਾਨਾ ਹੈ, ਖੁਸ਼ੀਆਂ ਦਾ। ਜੇ ਕੋਈ ਜ਼ਿੰਦਗੀ ਵਿੱਚ ਖੁਸ਼ੀਆਂ ਚਾਹੁੰਦਾ ਹੈ, ਚੜ੍ਹਦੀ ਕਲਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਇੱਕ ਹੀ ਸਾਧਨ ਹੈ, ਰੱਬੀ ਰਜ਼ਾ ਵਿੱਚ ਤੁਰਨਾ ਔਰ ਗੁਣਾਂ ਦੇ ਧਾਰਨੀ ਹੋਣਾ। ਤਾਂ ਇਹ ਆਤਮਿਕ ਖਜ਼ਾਨਾ ਹੈ ਗੁਣਾਂ ਦਾ। ਮਿਲ ਪੀਵੋ ਭਾਈ, ਗੁਰੂ ਦੇ ਨਾਲ ਮਿਲ ਕੇ, ਸਤਸੰਗ ਵਿੱਚ ਮਿਲ ਕੇ, हे ਭਰਾਵੋ, ਇਹਨੂੰ ਪੀਵੋ। ਪੀਵੋ ਦਾ ਮਤਲਬ ਮਾਣੋ, ਗੁਣਾਂ ਦੇ ਰਸ ਨੂੰ ਮਾਣੋ। ਗੁਣਾਂ ਤੇ ਅਮਲ ਕਰਾਂਗੇ ਤਾਂ ਹੀ ਮਾਣਾਂਗੇ ਨਾ। ਤਾਂ ਇਹ ਆਤਮਿਕ ਜੀਵਨ ਦੇਣ ਵਾਲਾ ਗੁਣਾਂ ਦਾ ਖਜ਼ਾਨਾ ਹੈ। हे ਭਾਈ, ਸਾਰੇ ਮਿਲ ਕੇ ਇਸ ਗੁਣਾਂ ਦੇ ਖਜ਼ਾਨੇ ਅੰਮ੍ਰਿਤ ਨੂੰ ਪੀ ਕੇ ਆਤਮਿਕ ਜੀਵਨ ਹਾਸਲ ਕਰੋ। ਜਿਸ ਸਿਮਰਤ ਸੁਖ ਪਾਈ ਹੈ, ਸਭ ਤਿਖਾ ਬੁਝਾਈ। ਹੁਣ ਪਿੱਛੇ ਕਿਹਾ ਹੈ ਮਿਲ ਪੀਵੋ ਭਾਈ, ਤੇ ਹੁਣ ਇੱਥੇ ਸਿਮਰਤ ਦੀ ਗੱਲ ਕਰਦੇ ਨੇ। ਸਿਮਰਤ ਦਾ ਮਤਲਬ ਯਾਦ ਕੀਤਿਆਂ। ਜਿਹਨੂੰ ਯਾਦ ਕੀਤਿਆਂ ਸੁਖ ਪਾਈ ਹੈ, ਸੁਖ ਮਿਲਦਾ ਹੈ। ਜੇ ਰੱਬੀ ਗੁਣਾਂ ਨੂੰ ਅਸੀਂ ਆਪਣੀ ਯਾਦ ਵਿੱਚ ਵਸਾ ਲਈਏ, ਈਰਖਾ, ਦਵੇਸ਼, ਵੈਰ, ਵਿਰੋਧ ਸਾਨੂੰ ਚੇਤੇ ਵੀ ਨਾ ਹੋਵੇ ਕਿ ਕੋਈ ਇਹ ਚੀਜ਼ਾਂ ਹੁੰਦੀਆਂ ਵੀ ਨੇ, ਇਹ ਵੀ ਚੇਤੇ ਨਾ ਹੋਵੇ। ਸਾਡੀ ਯਾਦ ਦੇ ਅੰਦਰ ਸਿਰਫ ਰੱਬੀ ਗੁਣ ਹੋਣ, ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਗੁਣਾਂ ਨੂੰ ਯਾਦ ਵਿੱਚ ਟਿਕਾਇਆ ਸੁਖ ਪਾਈਦਾ। ਔਰ ਹਕੀਕਤ ਹੈ, ਮਨੋਵਿਗਿਆਨਿਕ ਤੱਥ ਨੇ, ਜੇ ਯਾਦ ਦੇ ਅੰਦਰ ਪੋਜ਼ਿਟਿਵਿਟੀ ਹੈ, ਸਕਾਰਾਤਮਕਤਾ ਹੈ, ਰੱਬੀ ਗੁਣ ਨੇ, ਤਾਂ ਅੰਦਰ ਫਿਰ ਦੁੱਖ ਦਾ ਕਾਰਨ ਹੀ ਨਹੀਂ, ਪਰੇਸ਼ਾਨੀ ਦਾ ਕੋਈ ਕਾਰਨ ਨਹੀਂ ਹੈ। ਸਭ ਤਿੱਖਾ ਬੁਝਾਈ। ਤਿੱਖਾ ਦਾ ਮਤਲਬ ਤ੍ਰੇ, ਤ੍ਰਿਸ਼ਨਾ।
ਮਾਇਆ ਦੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ ਜੇ ਰੱਬੀ ਗੁਣਾਂ ਨੂੰ ਅੰਦਰ ਵਸਾ ਲਿਆ ਜਾਏ ਨਾ, ਰੱਬੀ ਗੁਣਾਂ ਨੂੰ ਯਾਦ ਕਰਦੇ ਆ, ਯਾਦ ਵਿੱਚ ਵਸਾਇਆ, ਸਾਰੀ ਜਿਹੜੀ ਵਿਕਾਰਾਂ ਦੀ ਮਾਇਆ ਦੀ ਤ੍ਰਿਸ਼ਨਾ ਹੈ ਉਹ ਮਿਟ ਜਾਂਦੀ ਹੈ। ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਪਾਸੇ ਧਿਆਨ ਨਹੀਂ ਜਾਂਦਾ, ਫਿਰ ਅੰਦਰ ਸੈਲਫਿਸ਼ਨੈਸ ਪੈਦਾ ਨਹੀਂ ਹੁੰਦੀ, ਫਿਰ ਮੇਰ ਤੇਰ ਦੇ ਵਿਤਕਰੇ ਪੈਦਾ ਨਹੀਂ ਹੁੰਦੇ, ਫਿਰ ਅੰਦਰੋਂ ਬਾਹਰ ਤੇ ਹੋਰੋਂ, ਅੰਦਰੋਂ ਹੋਰ ਤੇ ਬਾਹਰੋਂ ਹੋਰ ਵਾਲੀ ਜ਼ਿੰਦਗੀ ਬੰਦਾ ਨਹੀਂ ਜੀਂਦਾ। ਸਾਰੇ ਉਹਨੂੰ ਸੁੱਖ ਮਿਲ ਜਾਂਦੇ ਨੇ ਔਰ ਉਹਦੀਆਂ ਸਾਰੀਆਂ ਆਸਾਂ ਤ੍ਰਿਸ਼ਨਾਵਾਂ ਬੁੱਝ ਜਾਂਦੀਆਂ। ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨਾ ਕਾਈ। ਦੇਖੋ ਪਹਿਲੀ ਪੰਕਤੀ ਵਿੱਚ ਕਹਿ ਰਹੇ ਨੇ ਨਾਮ ਨਿਧਾਨ ਨੂੰ ਮਿਲ ਕੇ ਪੀਣ ਦੀ ਗੱਲ, ਦੂਜੀ ਪੰਕਤੀ ਵਿੱਚ ਕਹਿ ਰਹੇ ਨੇ ਜਿਸ ਸਿਮਰਤ, ਤੇ ਤੀਜੀ ਪੰਕਤੀ ਦੇ ਅੰਦਰ ਕਹਿ ਰਹੇ ਨੇ ਕਰ ਸੇਵਾ ਪਾਰ ਬ੍ਰਹਮ ਗੁਰ, ਇੱਥੇ ਵਿਸ਼ਰਾਮ ਲਗਾਉਣਾ ਹੈ। ਭੁੱਖ ਰਹਿ ਨਾ ਕਾਈ, ਗੁਰ ਦਾ ਮਤਲਬ ਜੋ ਵੱਡਾ ਹੈ ਪ੍ਰਭੂ, ਜੋ ਪ੍ਰਭੂ ਸਭ ਤੋਂ ਵੱਡਾ ਹੈ ਉਹਦੀ ਸੇਵਾ ਕਰ। ਉਹਦੀ ਸੇਵਾ ਕਰ ਦਾ ਮਤਲਬ ਰੱਬ ਦੀ ਰਜ਼ਾ ਵਿੱਚ ਤੁਰ। ਫਿਰ ਕੀ ਹੋਏਗਾ? ਭੁੱਖ ਰਹਿ ਨਾ ਕਾਈ, ਫਿਰ ਤੇਰੀ ਜ਼ਿੰਦਗੀ ਦੇ ਅੰਦਰ ਮਾਇਆ ਦੀ ਕੋਈ ਭੁੱਖ ਨਹੀਂ ਰਹੇਗੀ, ਭਟਕਣਾ ਨਹੀਂ ਰਹੇਗੀ, ਫਿਰ ਤੇਰੀ ਜ਼ਿੰਦਗੀ ਦੇ ਅੰਦਰ ਤ੍ਰਿਪਤੀ ਹੋਏਗੀ, ਤੂੰ ਆਪਣੇ ਜੀਵਨ ਤੋਂ ਸੈਟੀਸਫਾਈ ਹੋਵੇਗਾ, ਤੇਰੇ ਜੀਵਨ ਵਿੱਚ ਚੜ੍ਹਦੀ ਕਲਾ ਹੋਏਗੀ, ਤੇਰੇ ਜੀਵਨ ਵਿੱਚ ਖੁਸ਼ੀਆਂ ਹੋਣਗੀਆਂ, ਤੇਰੀ ਜ਼ਿੰਦਗੀ ਵਿੱਚ ਮਾਇਆ ਦੀ ਕੋਈ ਭੁੱਖ ਨਹੀਂ ਰਹੇਗੀ, ਨਾ ਤ੍ਰਿਸ਼ਨਾ ਰਹੇਗੀ, ਨਾ ਸੈਲਫਿਸ਼ਨੈਸ, ਨਾ ਮੇਰ ਤੇਰ ਦੇ ਵਿਤਕਰੇ। ਇਹਨਾਂ ਚੀਜ਼ਾਂ ਚੋਂ ਕੋਈ ਨਹੀਂ ਰਹੇਗਾ ਜੇ ਤੂੰ ਅਕਾਲ ਪੁਰਖ ਪ੍ਰਭੂ ਦੀ ਸੇਵਾ ਕਰੇ, ਭਾਵ ਜੇ ਤੂੰ ਰੱਬੀ ਰਜ਼ਾ ਵਿੱਚ ਤੁਰੇ, ਰੱਬੀ ਗੁਣਾਂ ਦਾ ਧਾਰਨੀ ਹੋਵੇ। ਸਗਲ ਮਨੋਰਥ ਪੁਨਿਆ ਅਮਰਾ ਪਦ ਪਾਈ। ਅਮਰਾ ਪਦ ਦਾ ਮਤਲਬ ਅਟਲ ਦਰਜਾ, ਅਮਰਾ ਦਾ ਮਤਲਬ ਅਟਲ ਦਰਜਾ, ਅਮਰ ਦਾ ਮਤਲਬ ਜੋ ਮਰਦਾ ਨਹੀਂ, ਖਤਮ ਨਹੀਂ ਹੁੰਦਾ, ਪਦ ਦਾ ਮਤਲਬ ਪਦਵੀ, ਐਸੀ ਪਦਵੀ ਜਿਹੜੀ ਪਦਵੀ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਪੁੰਨਿਆ ਦਾ ਮਤਲਬ ਪੂਰੇ ਹੋ ਜਾਂਦੇ ਨੇ, ਮਨੋਰਥ ਦਾ ਮਤਲਬ ਜੋ ਸਾਡੀਆਂ ਚਾਹਤਾਂ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਰੱਬੀ ਰਜ਼ਾ ਵਿੱਚ ਤੁਰਿਆ ਜਾਏ, ਰੱਬੀ ਗੁਣਾਂ ਦੇ ਧਾਰਨੀ ਹੋਇਆ ਜਾਏ, ਤਾਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਔਰ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ ਜਿਹਦਾ ਫਿਰ ਕਦੇ ਵਿਨਾਸ਼ ਨਹੀਂ ਹੁੰਦਾ। ਐਸੀ ਪਦਵੀ ਮਿਲ ਜਾਂਦੀ ਹੈ। ਦੇਖੋ ਆਮ ਬੰਦਾ ਪਦਵੀਆਂ ਵਾਸਤੇ ਲੜ ਰਿਹਾ ਹੈ, ਪਰ ਗੁਰੂ ਜੀ ਕਹਿੰਦੇ ਨੇ ਸੋ ਪਦ ਰਵੋ ਜੇ ਬਹੁਰ ਨਾ ਰਵਨਾ। ਐਸੀ ਪਦਵੀ ਪ੍ਰਾਪਤ ਕਰੋ ਮਹਾਨ ਇਨਸਾਨੀਅਤ ਵਾਲੀ ਕਿ ਜਿਸ ਤੋਂ ਬਾਅਦ ਫਿਰ ਅੱਗੇ ਹੋਰ ਕਿਸੇ ਪਦਵੀ ਦੀ ਜ਼ਰੂਰਤ ਹੀ ਨਾ ਰਹੇ। ਸਭ ਤੋਂ ਮਹਾਨ ਵੱਡੀ ਪਦਵੀ ਤੇ ਉਹ ਕਿਹੜੀ? ਇਨਸਾਨੀਅਤ ਵਾਲੀ। ਰੱਬ ਵਰਗੇ ਹੋ ਜਾਣਾ ਅਬ ਤੋਂ ਜਾਏ ਚੜ੍ਹੇ ਸਿੰਘਾਸਨ। ਤੇ ਜਿਸ ਇਨਸਾਨ ਨੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੀ ਔਰ ਜਿਸਨੇ ਆਪਣੇ ਜੀਵਨ ਵਿੱਚ ਰੱਬੀ ਗੁਣਾਂ ਨੂੰ ਵਰਤੋਂ ਵਿੱਚ ਲਿਆਂਦਾ, ਮਨ ਬਚਨ ਕਰਮ ਕਰਕੇ, ਉਹਦੇ ਬਾਕੀ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਉਹਨੂੰ ਕਿਸੇ ਕਾਮ ਕ੍ਰੋਧ ਲੋਭ ਮੋਹ ਦਾ ਕੋਈ ਮਨੋਰਥ ਰਹਿੰਦਾ ਹੀ ਨਹੀਂ ਹੈ। ਉਹ ਤ੍ਰਿਪਤ ਹੋ ਜਾਂਦਾ ਹੈ, ਉਹ ਸ਼ਾਂਤ ਹੋ ਜਾਂਦਾ ਹੈ ਔਰ ਉਹ ਆਨੰਦ ਪ੍ਰਸੰਨਤਾ ਵਾਲੀ ਜ਼ਿੰਦਗੀ ਜੀਂਦਾ ਹੈ। ਉਹਦੇ ਜੀਵਨ ਵਿੱਚ ਫਿਰ ਕੋਈ ਭਟਕਣਾ ਨਹੀਂ ਰਹਿ ਜਾਂਦੀ। ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ। ਜੇਵੜ ਦਾ ਮਤਲਬ ਜੇਡਾ, ਬਰਾਬਰ ਦਾ, ਕਿ हे ਪ੍ਰਭੂ ਤੇਰੇ ਬਰਾਬਰ ਦਾ ਤੂੰ ਆਪ ਹੀ ਹੈ, ਤੇਰੇ ਜੇਡਾ ਤੂੰ ਹੀ ਹੈ, ਤੇਰੇ ਵਰਗਾ ਕੋਈ ਹੋਰ ਨਹੀਂ ਹੈ। ਨਾਨਕ ਸਰਣਾਈ ਦਾ ਮਤਲਬ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ हे ਪ੍ਰਭੂ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਹਾਂ ਔਰ ਸਾਨੂੰ ਆਦੇਸ਼ ਦੇ ਰਹੇ ਨੇ ਕਿ ਉਸ ਪ੍ਰਭੂ ਦੀ ਸ਼ਰਨ ਵਿੱਚ ਪਾਓ, ਉਹਦੀ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਜੀਵੋ। ਜਿਸ ਵਰਗਾ ਉਹ ਆਪ ਹੈ, ਜਿਸ ਵਰਗਾ ਵੱਡਾ ਹੋਰ ਕੋਈ ਨਹੀਂ, ਉਹਦੇ ਚਰਨਾਂ ਦੀ ਸ਼ਰਨ ਲਓ, ਉਸ ਪ੍ਰਭੂ ਦੀ ਰਜ਼ਾ ਔਰ ਭਾਣੇ ਦੇ ਅੰਦਰ ਜ਼ਿੰਦਗੀ ਜੀਣ ਦਾ ਯਤਨ ਕਰੋ। ਉਸ ਪ੍ਰਭੂ ਦੀ ਰਜ਼ਾ ਦੇ ਵਿੱਚ ਤੁਰੋ ਜਿਹੜਾ ਸਭ ਤੋਂ ਵੱਡਾ ਔਰ ਸਭ ਤੋਂ ਮਹਾਨ ਹੈ। ਸ਼ਲੋਕ ਮਹਿਲਾ ਪੰਜਵਾਂ। ਡਿਠੜੋ ਹਬ ਠਾਏ ਊਨ ਨਾ ਕਾਈ ਜਾਏ। ਡਿਠੜੋ ਦਾ ਮਤਲਬ ਵੇਖਿਆ ਹੈ, ਹਬ ਠਾਏ ਦਾ ਮਤਲਬ ਸਭ ਥਾਵਾਂ ਤੇ, ਊਨ ਦਾ ਮਤਲਬ ਊਣਾ ਖਾਲੀ, ਠਾਏ ਦਾ ਮਤਲਬ ਜਾਏ ਦਾ ਮਤਲਬ ਥਾਂ। ਡਿਠੜੋ ਹਬ ਠਾਏ, ਮੈਂ ਪ੍ਰਭੂ ਨੂੰ ਹਰ ਥਾਂ ਤੇ ਮੌਜੂਦ ਵੇਖਿਆ ਹੈ। ਡਿਠੜੋ ਦਾ ਮਤਲਬ ਵੇਖਿਆ ਹੈ, ਹਬ ਠਾਏ ਦਾ ਮਤਲਬ ਸਭ ਥਾਵਾਂ ਤੇ।
ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਕਿ हे ਭਾਈ, ਮੈਂ ਪ੍ਰਭੂ ਨੂੰ ਹਰ ਥਾਂ ਤੇ ਵਿਖਿਆ ਹੈ। ਊਣ ਨਾ ਕਾਈ ਜਾਏ, ਕੋਈ ਥਾਂ ਖਾਲੀ ਨਹੀਂ ਹੈ ਜਿੱਥੇ ਰੱਬ ਨਾ ਹੋਵੇ, ਕੋਈ ਐਸੀ ਥਾਂ ਨਹੀਂ। ਰੱਬ ਤੋਂ ਬਿਨਾਂ ਕੋਈ ਥਾਂ ਐਸੀ ਹੈ ਨਹੀਂ। ਮੈਂ ਸਭ ਥਾਵਾਂ ਤੇ ਉਸ ਪ੍ਰਭੂ ਨੂੰ ਵਿਖਿਆ ਹੈ। ਭਗਤ ਕਬੀਰ ਜੀ ਵੀ ਇਹ ਗੱਲ ਕਹਿੰਦੇ ਨੇ, ਦੋਏ ਦੋਏ ਲੋਚਨ ਪੇਖਾਂ, ਹੂੰ ਹਰ ਬਿਨ ਔਰ ਨਾ ਦੇਖਾਂ। ਵੀ ਰੱਬ ਤੋਂ ਬਿਨਾਂ ਕੋਈ ਥਾਂ ਹੈ ਹੀ ਨਹੀਂ ਖਾਲੀ ਜਿੱਥੇ ਰੱਬ ਨਾ ਹੋਵੇ। ਕੋਈ ਇਸਤਰੀ, ਕੋਈ ਪੁਰਸ਼, ਕੋਈ ਜੀਵ ਜੰਤ, ਕੋਈ ਵਨਸਪਤੀ, ਕੋਈ ਦੇਸ਼, ਕੋਈ ਧਰਤੀ, ਖੰਡ ਮੰਡਲ, ਬ੍ਰਹਿਮੰਡ, ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਨਾ ਹੋਵੇ। ਮੈਂ ਹਰ ਥਾਂ ਤੇ ਉਸ ਪ੍ਰਭੂ ਨੂੰ ਵੇਖਿਆ ਹੈ, ਉਹਦੇ ਤੋਂ ਬਿਨਾਂ ਕੋਈ ਥਾਂ ਨਹੀਂ ਹੈ। ਹੁਣ ਦੇਖੋ, ਇਸ ਚੀਜ਼ ਨੂੰ ਜੇ ਅਸੀਂ ਸਮਝੀਏ ਤਾਂ ਫਿਰ ਜਿਹੜਾ ਅਸੀਂ ਇਹ ਮੰਨਦੇ ਹਾਂ ਕਿ ਰੱਬ ਉੱਤੇ ਕਿਤੇ ਬੈਠਾ ਹੈ ਵੱਖਰਾ, ਤਾਂ ਫਿਰ ਉਹ ਪ੍ਰੋਬਲਮ ਸਾਡੀ ਹੈ ਨਾ। ਰੱਬ ਇੱਕ ਥਾਂ ਤੇ ਬੈਠਾ ਹੋਇਆ ਨਹੀਂ, ਜਗਤ ਦੇ ਕਣ-ਕਣ ਦੇ ਅੰਦਰ ਪਸਰਿਆ ਹੋਇਆ ਹੈ। ਕੋਈ ਥਾਂ ਖਾਲੀ ਹੀ ਨਹੀਂ ਜਿੱਥੇ ਰੱਬ ਨਾ ਹੋਵੇ, ਸਭ ਥਾਵਾਂ ਤੇ ਹੈ। ਕੇਵਲ ਨਜ਼ਰੀਆ ਬਦਲਣ ਦੀ ਲੋੜ ਹੈ। ਨਾਨਕ ਲੱਧਾ ਤਿੰਨ ਸੁਆਓ, ਜਿਨ੍ਹਾਂ ਸਤਿਗੁਰ ਭੇਟਿਆ। ਸੁਆਓ ਦਾ ਮਤਲਬ ਹੈ ਜੀਵਨ ਦਾ ਮਨੋਰਥ, ਲੱਧਾ ਦਾ ਮਤਲਬ ਲੱਭਿਆ, ਸਤਿਗੁਰ ਭੇਟਿਆ ਦਾ ਮਤਲਬ ਜਿਨ੍ਹਾਂ ਨੂੰ ਗੁਰੂ ਮਿਲਿਆ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਰੱਬ ਨੂੰ ਜਗਤ ਦੇ ਕਣ-ਕਣ ਵਿੱਚ ਵੇਖਿਆ ਹੈ, ਉਹਦੇ ਤੋਂ ਬਿਨਾਂ ਕੋਈ ਜਗ੍ਹਾ ਹੈ ਹੀ ਨਹੀਂ ਹੈ। ਹੁਣ ਸਾਡਾ ਸਵਾਲ ਇਹ ਹੋਏਗਾ ਕਿ ਸਾਨੂੰ ਕਿਉਂ ਨਹੀਂ ਲੱਭਦਾ, ਸਾਨੂੰ ਕਿਉਂ ਨਹੀਂ ਦਿਸਦਾ, ਅਸੀਂ ਕਿਉਂ ਨਹੀਂ ਵੇਖ ਪਾਏ। ਤਾਂ ਸਤਿਗੁਰ ਕਹਿੰਦੇ ਨੇ ਕਿ ਜੀਵਨ ਦਾ ਮਨੋਰਥ ਉਹਨਾਂ ਮਨੁੱਖਾਂ ਨੇ ਲੱਭਿਆ ਹੈ ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਗੁਰੂ ਮਿਲਿਆ ਹੈ, ਜੋ ਗੁਰੂ ਦੇ ਨਾਲ ਮਿਲੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਸੋਚ ਨੂੰ ਅਪਣਾ ਲਿਆ ਹੈ। ਗੁਰੂ ਨੂੰ ਮਿਲਣ ਦਾ ਮਤਲਬ ਜਿਹੜੇ ਗੁਰੂ ਦੀ ਸੋਚ ਨੂੰ ਜਿਨ੍ਹਾਂ ਅਪਣਾ ਲਿਆ, ਜਿਨ੍ਹਾਂ ਨੇ ਆਪਣੀ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਜੋ ਧਾਰਨੀ ਹੋ ਗਏ, ਉਹਨਾਂ ਨੂੰ ਚਾਰ ਚਫੇਰੇ ਦਿਸ ਜਾਂਦਾ ਹੈ। ਹੁਣ ਸਾਡੀ ਪ੍ਰੋਬਲਮ ਰੱਬ ਨੂੰ ਵੇਖਣ ਦੀ ਨਹੀਂ ਹੈ, ਸਾਡੀ ਪ੍ਰੋਬਲਮ ਮੇਨ ਜਿਹੜੀ ਹੈ ਉਹ ਮਨ ਦੀ ਮੱਤ ਨੂੰ ਛੱਡਣ ਦੀ। ਅਸੀਂ ਆਪਣੀ ਸੋਚ ਨੂੰ ਨਹੀਂ ਛੱਡ ਰਹੇ ਕਿ ਸੰਤ ਜੀ ਫਲਾਂ ਬਾਬਾ ਤੇ ਇੰਜ ਕਹਿੰਦਾ ਜੀ ਰੱਬ ਉੱਤੇ ਹੈ, ਫਲਾਂ ਬੰਦਾ ਤੇ ਇੰਜ ਕਹਿੰਦਾ ਜੀ ਦਸਮ ਦੁਆਰ ਵਿੱਚ ਪ੍ਰਾਣ ਚੜਾਓਗੇ ਤਾਂ, ਫਲਾਂ ਪ੍ਰਚਾਰਕ ਤੇ ਇੰਜ ਕਹਿੰਦਾ ਜੀ ਦੇ ਦਸਮ ਦੁਆਰ ਵਿੱਚ ਪ੍ਰਾਣ ਚੜਾਓਗੇ ਤਾਂ ਤੁਹਾਡੇ ਅੰਦਰ ਬੰਸਰੀਆਂ ਵੱਜਣਗੀਆਂ। ਹੁਣ ਉਹ ਤੇ ਪ੍ਰਚਾਰਕ ਕਹਿ ਰਿਹਾ ਨਾ, ਕੋਈ ਬੰਦਾ ਕਹਿ ਰਿਹਾ, ਗੁਰੂ ਤੇ ਨਹੀਂ ਕਹਿ ਰਿਹਾ। ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਬੰਦੇ ਦੀ ਗੱਲ ਨੂੰ ਤੇ ਮੰਨ ਲਿਆ ਪਰ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ। ਜੇ ਗੁਰੂ ਦੀ ਗੱਲ ਤੇ ਜਿਹੜਾ ਅਮਲ ਕਰ ਲਵੇਗਾ ਉਹ ਇਸ ਮਨੋਰਥ ਨੂੰ ਪਾ ਲਵੇਗਾ। ਹੁਣ ਦੇਖੋ, ਗੁਰੂ ਦੀ ਗੱਲ ਨੂੰ ਮੰਨਣ ਵਾਸਤੇ ਪ੍ਰੋਬਲਮ ਸਾਡੀ ਹੈ ਕਿ ਜਿਵੇਂ ਅਸੀਂ ਹੁਣ 40 45 20 ਭੈਣਾਂ ਜੋ ਵੀ ਕਲਾਸ ਵਿੱਚ ਹੈ, ਜੇ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਕਰੀਏ, ਰੱਬ ਵਰਗਾ ਵਿਹਾਰ ਕਰੀਏ ਤਾਂ ਕੋਈ ਪ੍ਰੋਬਲਮ ਹੈ? ਨਹੀਂ ਹੈ। ਪ੍ਰੋਬਲਮ ਇਹ ਹੈ ਕਿ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦੇ ਹੀ ਨਹੀਂ। ਸਮੱਸਿਆ ਸਾਡੀ ਹੈ ਨਾ। ਛੋਟੀ ਜਿਹੀ ਕੋਈ ਗੱਲ ਕਹਿ ਦੇਵੇ ਤੇ ਅਸੀਂ ਆਪਣੇ ਗੁੱਸੇ ਨੂੰ ਜਿਵੇਂ ਕਿਵੇਂ ਰੋਕ ਤੇ ਲੈਨੇ ਆ, ਪਰ ਅੰਦਰ ਤੇ ਸਾਡੇ ਜੋ ਕੁਝ ਖਲਬਲੀ ਮਚ ਰਹੀ ਹੁੰਦੀ ਹੈ ਸਾਨੂੰ ਪਤਾ ਹੁੰਦਾ ਨਾ। ਤਾਂ ਗੱਲ ਹੈ ਸੋਚ ਨੂੰ ਬਦਲਣ ਦੀ, ਔਰ ਉਹਦੇ ਵਾਸਤੇ ਆਪਣੀ ਈਗੋ ਨੂੰ ਛੱਡਣ ਦੀ ਲੋੜ ਹੈ, ਆਪਣੇ ਮਨ ਦੀ ਮੱਤ ਨੂੰ ਛੱਡਣ ਦੀ ਲੋੜ ਹੈ, ਗੁਣਾਂ ਦੇ ਧਾਰਨੀ ਹੋਣ ਦੀ ਲੋੜ ਹੈ, ਮਨ, ਬਚਨ ਔਰ ਕਰਮ ਕਰਕੇ। ਤਾਂ ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਜੋ ਯਾਨੀ ਜੋ ਗੁਰੂ ਅਨੁਸਾਰ ਜਿਨ੍ਹਾਂ ਨੇ ਜ਼ਿੰਦਗੀ ਜੀਵੀ, ਉਹਨਾਂ ਨੂੰ ਇਹ ਜੀਵਨ ਦਾ ਮਨੋਰਥ ਲੱਭ ਗਿਆ। ਉਹਨਾਂ ਨੇ ਆਪਣੇ ਜੀਵਨ ਦਾ ਉੱਚਾ ਸੁੱਚਾ ਗੋਲ ਹਾਸਲ ਕਰ ਲਿਆ। ਉਹਨਾਂ ਨੇ ਉਸ ਪ੍ਰਭੂ ਨੂੰ ਚਾਰ ਚੁਫੇਰੇ ਵਸਤਿਆਂ ਵੇਖ ਲਿਆ। ਮਹਿਲਾ ਪੰਜਵਾਂ, ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ। ਇੱਥੇ ਖੇ ਦਾ ਮਤਲਬ ਹੈ ਦਾ। ਇੱਥੇ ਖੇ ਦਾ ਮਤਲਬ ਸਵਾ ਨਹੀਂ ਹੈ, ਖੇ ਸਵਾ। ਇੱਥੇ ਖੇ ਦਾ ਮਤਲਬ ਹੈ ਦਾ। ਦਾਮਨੀ ਦਾ ਮਤਲਬ ਬਿਜਲੀ ਜਿਹੜੀ ਆਕਾਸ਼ ਵਿੱਚ ਚਮਕਦੀ ਹੈ। ਚਮਤਕਾਰ ਦਾ ਮਤਲਬ ਲਿਸ਼ਕਾਰਾ। ਵਰਤਾਰਾ ਦਾ ਮਤਲਬ ਬਿਹੇਵੀਅਰ। ਜਗ ਖੇ ਦਾ ਮਤਲਬ ਜਗਤ ਦਾ। ਗੁਰੂ ਜੀ ਕਹਿੰਦੇ ਨੇ ਜਗਤ ਦਾ ਵਰਤਾਰਾ ਉਸੇ ਤਰ੍ਹਾਂ ਹੈ ਜਿਵੇਂ ਬਿਜਲੀ ਦਾ ਲਿਸ਼ਕਾਰਾ ਹੁੰਦਾ ਹੈ। ਹੁਣ ਬਿਜਲੀ ਦਾ ਲਿਸ਼ਕਾਰਾ ਬਹੁਤ ਤੇਜ਼ ਹੈ, ਅੱਖਾਂ ਚੁੰਧਿਆ ਜਾਂਦੀਆਂ ਨੇ ਨਾ, ਪਰ ਹੈ ਇੱਕ ਪਲ ਵਾਸਤੇ।
बिजली चमकी, खत्म। उन्हें जो नफा नुकसान करना उन्हें अपना काम किया, बिजली खत्म। बिजली चमकी नाल दे नाल खत्म। यानी वो बिजली का जिहड़ा वरतारा है आकाश विच सदा नहीं कि सदा चानना करी रखे, पल भर दा चानना है। इहो ही वरतारा इस जगत दा है। यानी ये संसार भी सदा थिर रहने वाला नहीं। जिवें बिजली दी चमकारा, बिजली दा लिशकारा सदा नहीं रहिंदा, थोड़े चिर दा है। इसे तरह एक काम, क्रोध, लोभ, मोह, हंकार दे जिहड़े सुख ने ना, बिल्कुल थोड़ चिरे ने। एक पल वास्ते बिजली चानन कर दिंदी है, उस तो बाद दिसदा भी नहीं, अखां नूं किन्ना चिर हनेरा रहिंदा ना। हुण काम वासना विच फस के बंदा आचरणहीना हो जांदा है, कुछ ऐसा गलत कर लैंदा है, ਉਹਨੂੰ पल भर का सुख मिलता है, लेकिन सारी जिंदगी का पछतावा, सारी जिंदगी का पछतावा, दुख। क्रोध के अंदर किसी का कतल कर बैठा, हो सकता है पल पर वास्ते खुशी मिली होवे कि मैं उन्हें मार मुकाया है, लेकिन नाल दे नाल पछतावा। तां कहन तो भाव कि ये दुनिया का वरतारा भी इसे तरह जिहड़े विकार ने उन्हां दा भी चमकारा एवें ही है। जिवें किकरां दे बीज ने ना, काशनी जिहा रंग हुंदा है, बड़ा सोहना डिजाइन हुंदा है, उन्हां नूं हत्थ दे विच इंज करिए ते बड़े नरम लगदे ने, बड़े नरम लगदे ने। कदे किकरां दे बीज नूं हत्थ विच फड़ के इस तरह उन्हां नूं अपने हत्थ दे विच फीलिंग उन्हां दी लओ ते कदे मन विच आउंदा है कि इन्हां दे विच सूलां भी होणगीਆਂ, नहीं ना। पर ਉਹ ਨਰਮ ਕਾਸ਼ਨੀ ਦੇ ਰੰਗ ਵਰਗੇ ਬੀਜ ਜਦੋਂ ਜ਼ਮੀਨ ਵਿੱਚ ਬੀਜੇ ਜਾਣ ਤੇ ਜਦੋਂ ਉਹ ਉੱਗਦੇ ਨੇ ਨਾ, ਫਿਰ ਸੂਲਾਂ ਨਿਕਲਦੀਆਂ ਨੇ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਵਿਕਾਰ, ਹੰਕਾਰ, ਜੋ ਵੀ ਦੁੱਖ ਪਾਪ ਨੇ, ਇਹ ਸਾਨੂੰ ਕਿਕਰਾਂ ਦੇ ਬੀਜਾਂ ਵਰਗੇ ਬੜੇ ਨਰਮ ਜਿਹੇ ਲੱਗਦੇ ਨੇ, ਬੜੇ ਸੋਹਣੇ ਲੱਗਦੇ ਨੇ। ਵਿਸ਼ੇ ਵਿਕਾਰ ਕਮਾਉਣ ਲੱਗਿਆ ਇਹ ਨਹੀਂ ਹੁੰਦਾ ਕਿ ਇਹਨਾਂ ਦੇ ਵਿੱਚ ਸੂਲਾਂ ਵੀ ਨਿਕਲਦੀਆਂ ਨੇ, ਪਰ ਜਦੋਂ ਬੰਦਾ ਬੀਜ ਪੈਂਦਾ ਫਿਰ ਸੂਲਾਂ ਨਿਕਲਦੀਆਂ, ਦੁੱਖ ਹੁੰਦਾ। ਤਾਂ ਜਿਵੇਂ ਬਿਜਲੀ ਦਾ ਚਮਕਾਰਾ ਹੈ, ਇਸੇ ਤਰ੍ਹਾਂ ਇਹ ਵਿਕਾਰ ਨੇ, ਪਲ ਭਰ ਦਾ ਸੁੱਖ ਹੈ, ਫਿਰ ਅਸ਼ਾਂਤੀ ਹੈ। ਔਰ ਦੂਜੀ ਗੱਲ, ਜਿਵੇਂ ਬਿਜਲੀ ਥੋੜੇ ਚਿਰ ਲਈ ਹੈ ਨਾ ਆਕਾਸ਼ ਦੀ, ਇਸੇ ਤਰ੍ਹਾਂ ਸਾਡਾ ਇਹ ਜੀਵਨ ਵੀ ਥੋੜੇ ਚਿਰ ਦਾ ਹੈ। ਜਿਵੇਂ ਬਿਜਲੀ ਸਦਾ ਨਹੀਂ ਰਹਿੰਦੀ, ਉਵੇਂ ਸਾਡੇ ਜੀਵਨ ਨੇ ਵੀ ਸਦਾ ਨਹੀਂ ਰਹਿਣਾ। ਇੱਕ ਦਿਨ ਇਸ ਸੰਸਾਰ ਨੂੰ ਛੱਡ ਜਾਣਾ ਹੈ, ਸਰੀਰਕ ਤੌਰ ਤੇ ਮਰ ਜਾਣਾ ਹੈ। ਤਾਂ ਜਦੋਂ ਸਰੀਰਕ ਤੌਰ ਤੇ ਮਰ ਹੀ ਜਾਣਾ ਹੈ ਤਾਂ ਫਿਰ ਜਿਉਂਦੇ ਤਾਂ ਨਾ ਮਰੀਏ ਨਾ। ਫਿਰ ਇਸ ਜ਼ਿੰਦਗੀ ਨੂੰ ਪਾਪਾਂ, ਅਪਰਾਧਾਂ, ਵਿਕਾਰਾਂ ਦੇ ਅੰਦਰ ਨਾ ਗਵਾਈਏ, ਆਪਣੇ ਜੀਵਨ ਨੂੰ ਅਜਾਈ ਨਾ ਕਰੋ। ਵਤ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਤਣੀ। ਵਤ ਦਾ ਮਤਲਬ ਹੈ ਵਸਤੂ, ਚੀਜ਼। ਸੁਹਾਵੀ ਦਾ ਮਤਲਬ ਸੁਹਾਵਣੀ, ਚੰਗੀ, ਸੁੰਦਰ, ਕੀਮਤੀ। ਸਾਏ ਦਾ ਮਤਲਬ ਉਹ, ਧਨੀ ਦਾ ਮਤਲਬ ਮਾਲਕ, ਤੇ ਜਪੰਦੋ ਦਾ ਮਤਲਬ ਜਾਣਨਾ, ਜਪਣਾ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਮਝਣਾ, ਉਹਨੂੰ ਵਰਤੋਂ ਦੇ ਵਿੱਚ ਲਿਆਉਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਤ ਸੁਹਾਵੀ ਸਾਏ। ਹੁਣ ਵਸਤੂ ਕਿਹੜੀ ਹੈ ਸਦਾ ਟਿਕੀ ਰਹਿਣ ਵਾਲੀ? ਨਾਉ ਜਪੰਦੋ ਤਿਸ ਤਣੀ, ਪ੍ਰਭੂ ਦੇ ਹੁਕਮ ਨੂੰ ਜਾਣਨਾ, ਪ੍ਰਭੂ ਦੇ ਹੁਕਮ ਨੂੰ ਸਮਝਣਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ। ਇਹ ਵਸਤੂ ਸਦਾ ਰਹਿਣ ਵਾਲੀ ਹੈ, ਇਹ ਵਸਤੂ ਸਦਾ ਸੁਖ ਦੇਣ ਵਾਲੀ ਹੈ। ਸੱਚਾਈ ਹੈ, ਦਇਆ, ਪ੍ਰੇਮ, ਮੁਹੱਬਤ ਹੈ, ਇਨਸਾਨੀਅਤ ਹੈ। ਇਹਨਾਂ ਗੁਣਾਂ ਦੇ ਧਾਰਨੀ ਹੋਵੋ, ਇਹ ਸਦਾ ਹੀ ਤੁਹਾਨੂੰ ਸੁਖ ਦੇਣਗੇ। ਨਾਉ ਜਪੰਦੋ, ਨਾਉ ਦਾ ਮਤਲਬ ਹੁਕਮ, ਜਪੋਂ ਜਪੰਦੋ ਦਾ ਮਤਲਬ ਜਾਣਨਾ, ਸਮਝਣਾ। ਰੱਬੀ ਹੁਕਮ ਨੂੰ ਸਮਝ ਕੇ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਵੋ, ਇਹ ਤੁਹਾਨੂੰ ਸਦਾ ਹੀ ਸੁਖ ਦੇਵੇਗਾ, ਤੁਹਾਡੇ ਜੀਵਨ ਅੰਦਰ ਹਮੇਸ਼ਾ ਸੁਖ ਰਹੇਗਾ। ਇਸ ਲਈ ਜੀਵਨ ਦੇ ਅੰਦਰ ਸੁਹਾਵਣੀ ਵਸਤੂ ਕਿਹੜੀ ਹੈ, ਜਿਹੜੀ ਸदैव ਹੈ, ਉਹ ਹੈ ਪ੍ਰਭੂ ਦੇ ਹੁਕਮ ਵਿੱਚ ਰਹਿਣਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ। ਇਹ ਸਦਾ ਰਹਿਣ ਵਾਲੀ ਹੈ। ਬਾਕੀ ਜੋ ਵਿਕਾਰ ਨੇ ਉਹ ਬਿਜਲੀ ਦੇ ਲਿਸ਼ਕਾਰੇ ਵਰਗੇ ਨੇ, ਇੱਕ ਵਾਰੀ ਲਿਸ਼ਕਾਰਾ ਹੋਇਆ, ਪਲ ਭਰ ਦਾ ਸੁਖ, ਫਿਰ ਹਨੇਰਾ ਹੀ ਹਨੇਰਾ ਹੈ। ਪੌੜੀ ਸਿਮਰਿਤ ਸਾਸਤ ਸੋਧ ਸਭ ਕਿਨੇ ਕੀਮ ਨਾ ਜਾਣੀ।
ਸਿਮਰਤ ਸ਼ਾਸਤਰ ਦਾ ਮਤਲਬ ਸਿਮਰਤੀਆਂ ਸ਼ਾਸਤਰ ਜੋ ਧਰਮ ਗ੍ਰੰਥ ਨੇ। ਸੋਧ ਦਾ ਮਤਲਬ ਸੋਧੇ ਨੇ। ਕਿਨੇ ਦਾ ਮਤਲਬ ਕਿਸੇ ਨੇ। ਕੀਮ ਦਾ ਮਤਲਬ ਕੀਮਤ, ਮੁੱਲ। ਗੁਰੂ ਜੀ ਕਹਿੰਦੇ ਨੇ ਸਿਮਰਤੀਆਂ ਸ਼ਾਸਤਰ ਸਾਰੇ ਚੰਗੀ ਤਰ੍ਹਾਂ ਵੇਖੇ ਨੇ, ਖੋਜਿਆ ਹੈ, ਪੜ੍ਹਿਆ ਹੈ, ਵਿਚਾਰਿਆ ਹੈ, ਖੋਜੇ ਨੇ, ਸੋਧੇ ਨੇ। ਕਿਨੇ ਕੀਮ ਨਾ ਜਾਣੀ, ਕਿਸੇ ਨੇ ਵੀ ਰੱਬ ਦੀ ਕੀਮਤ ਨਹੀਂ ਜਾਣੀ, ਕਿਸੇ ਨੇ ਵੀ ਰੱਬ ਦਾ ਅੰਤ ਨਹੀਂ ਪਾਇਆ, ਕਿਸੇ ਨੇ ਵੀ ਨਹੀਂ ਪਾਇਆ। ਸਿਮਰਤੀਆਂ ਸ਼ਾਸਤਰ ਨੇ, ਧਰਮ ਗ੍ਰੰਥ ਨੇ, ਜਿੰਨੇ ਵੀ ਪੜ੍ਹ ਲਓ, ਜਿੰਨੇ ਵੀ ਵਿਚਾਰ ਲਓ, ਤਾਂ ਉਹਦੇ ਨਾਲ ਕੋਈ ਰੱਬੀ ਦੁਨੀਆ ਦਾ ਅੰਤ ਨਹੀਂ ਪੈ ਜਾਂਦਾ, ਅੰਤ ਨਹੀਂ ਪਾਇਆ ਜਾਂਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਂ ਧਰਮ ਗ੍ਰੰਥ ਨੇ ਰੱਬ ਦਾ ਅੰਤ ਪਾ ਲਿਆ, ਕਿ ਇੱਥੋਂ ਜਗਤ ਸ਼ੁਰੂ ਹੁੰਦਾ ਹੈ ਤੇ ਇੱਥੇ ਜਗਤ ਜਾ ਕੇ ਖਤਮ ਹੋ ਜਾਂਦਾ। ਫਲਾਂ ਧਰਮ ਗ੍ਰੰਥ ਦੇ ਵਿੱਚ ਲਿਖਿਆ ਹੈ, ਕਿਸੇ ਨੇ ਵੀ ਕੀਮਤ ਨਹੀਂ ਜਾਣੀ, ਕਿਉਂਕਿ ਅਨੰਤ ਹੈ ਨਾ। ਨੰਬਰ 2, ਸਿਮਰਤੀਆਂ ਸ਼ਾਸਤਰ ਜੋ ਨੇ ਉਹ ਕਰਮ ਕਾਂਡਾਂ ਦੇ ਵਿੱਚ ਮਨੁੱਖ ਨੂੰ ਜੋੜਦੇ ਨੇ, ਪਰ ਰੱਬੀ ਰਜ਼ਾ ਦੀ ਔਰ ਰੱਬੀ ਗੁਣਾਂ ਦੀ ਸਾਰ ਨੂੰ ਨਹੀਂ ਜਾਣਿਆ। ਤੀਜੀ ਗੱਲ, ਸਿਮਰਤੀਆਂ ਸ਼ਾਸਤਰ ਜੋ ਪੜ੍ਹਨ ਵਿਚਾਰਨ ਵਾਲੇ ਨੇ, ਜੇ ਉਹ ਕੇਵਲ ਸਿਮਰਤ ਤੇ ਜੇ ਉਹਨਾਂ ਨੇ ਰੱਬੀ ਗੁਣਾਂ ਦੀ ਕੀਮਤ ਨੂੰ ਨਹੀਂ ਜਾਣਿਆ ਤਾਂ ਵੀ ਜੀਵਨ ਬੇਕਾਰ ਹੈ। ਜ਼ਰੂਰਤ ਤਾਂ ਰੱਬੀ ਗੁਣਾਂ ਦੀ ਕੀਮਤ ਨੂੰ ਜਾਣਨਾ, ਮਹਾਨਤਾ ਨੂੰ ਸਮਝਣਾ। ਤਾਂ ਸਿਮਰਤੀਆਂ ਸ਼ਾਸਤਰ ਆਦਿਕ ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ। ਕੋਈ ਇਹ ਨਹੀਂ ਦੱਸ ਸਕਦਾ ਕਿ ਰੱਬ ਇਸ ਮੁੱਲ ਦੇ ਨਾਲ ਮਿਲ ਸਕਦਾ ਹੈ, ਕਿਉਂਕਿ ਕੀਮਤ ਤੋਂ ਪਰੇ ਹੈ ਨਾ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੂਲ। ਇੱਥੇ ਤਾਂ ਆਪਣਾ ਆਪਾ ਵਾਰਨਾ ਹੈ। ਤਾਂ ਪ੍ਰਭੂ ਅਨੰਤ ਹੈ, ਪ੍ਰਭੂ ਦੇ ਗੁਣ ਅਨੰਤ ਨੇ, ਉਸ ਦਾ ਅੰਤ ਸਿਮਰਤੀਆਂ ਸ਼ਾਸਤਰਾਂ ਨੇ ਔਰ ਸਿਮਰਤੀਆਂ ਸ਼ਾਸਤਰ ਪੜ੍ਹਨ ਵਾਲਿਆਂ ਨੇ ਕਿਸੇ ਨੇ ਵੀ ਪ੍ਰਭੂ ਦਾ ਅੰਤ ਨਹੀਂ ਪਾਇਆ। ਤਾਂ ਇੱਥੋਂ ਸਾਨੂੰ ਇੱਕ ਮਹਾਨ ਸੋਚ ਮਿਲ ਰਹੀ ਹੈ, ਜੋ ਮੈਂ ਰੋਜ਼ ਆਪ ਨਾਲ ਬੇਨਤੀ ਕਰ ਰਿਹਾ, ਕਿ ਸਾਡੇ ਜੀਵਨ ਦੇ ਅੰਦਰ ਵਿਕਾਸ ਦੀਆਂ ਅਨੰਤ ਸੰਭਾਵਨਾਵਾਂ ਨੇ, ਕਿਉਂਕਿ ਜੋ ਅਨੰਤ ਗੁਣਾਂ ਦਾ ਮਾਲਕ ਹੈ ਉਹ ਸਾਡੇ ਅੰਦਰ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਨਿਰਪੱਖਤਾ ਦੇ ਨਾਲ, ਇਮਾਨਦਾਰੀ ਨਾਲ ਅਸੀਂ ਇਹ ਗੱਲ ਸੋਚਾਂਗੇ ਤਾਂ ਵਾਸਤਵ ਦੇ ਅੰਦਰ ਸਾਡੇ ਵਿੱਚ ਅਨੰਤ ਸੰਭਾਵਨਾਵਾਂ ਨੇ। ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਅਸੀਂ ਸੱਚ ਬੋਲ ਸਕਦੇ ਹਾਂ, ਅਸੀਂ ਪਿਆਰ ਨਾਲ ਰਹਿ ਸਕਦੇ ਹਾਂ, ਅਸੀਂ ਨਿਰਭੈਤਾ ਨਿਰਵੈਰਤਾ ਵਾਲੀ ਜ਼ਿੰਦਗੀ ਜੀ ਸਕਦੇ ਹਾਂ। ਔਰ ਐਸਾ ਹਰ ਇਨਸਾਨ ਹੋ ਸਕਦਾ ਹੈ, ਕਰ ਸਕਦਾ ਹੈ, ਇਹ ਪੋਸੀਬਿਲਿਟੀ ਹੈ। ਪਰ ਬੰਦੇ ਨੇ ਇਸ ਕੀਮਤ ਨੂੰ ਜਾਣੇ ਹੀ ਨਹੀਂ, ਕਦੇ ਸਮਝੇ, ਇਹਨਾਂ ਗੁਣਾਂ ਦੀ ਸਾਰ ਨੂੰ ਨਹੀਂ ਸਮਝਿਆ, ਇਸ ਪਾਸੇ ਨੇ ਯਤਨ ਹੀ ਨਹੀਂ ਕੀਤਾ। ਕਰਮ ਕਾਂਡਾਂ ਵਾਲੇ ਪਾਸੇ ਜ਼ੋਰ ਹੈ, ਵਰਤ ਨਰਾਤੇ ਸਰਾਧਾਂ ਵੱਲ ਜ਼ੋਰ ਹੈ, ਬਾਬਿਆਂ ਕੋਲ ਮੱਥੇ ਟੇਕਣ ਲਈ ਜ਼ੋਰ ਹੈ, ਮੜੀਆਂ ਕਬਰਾਂ ਪੂਜਣ ਵਾਸਤੇ ਬੜਾ ਜ਼ੋਰ ਲੱਗਦਾ ਹੈ। ਆਮ ਇੰਡੀਆ ਚਲੇ ਜਾਓ, ਸੜਕ ਦੇ ਉੱਤੇ ਜਾਈਏ ਨਾ, ਜੀਟੀ ਰੋਡ ਤੇ, ਥਾਂ ਥਾਂ ਤੇ ਪੀਰ ਨਿੱਕੇ ਨਿੱਕੇ ਬਣੇ ਨੇ, ਔਰ ਲੋਕ ਬੜੇ ਚਲਾਕ ਨੇ। ਕਿਸੇ ਵੱਡੇ ਜੇ ਪੁਰਾਣੇ ਰੁੱਖ ਦੇ ਥੱਲੇ 5-7 ਇੱਟਾਂ ਜੋੜ ਕੇ ਦੀਵਾ ਜਗਾ ਜਾਣਗੇ, ਔਰ ਫਿਰ ਆਪ ਉੱਥੇ 5-10 ਇੱਟਾਂ ਸੁੱਟ ਜਾਣਗੇ, ਤੇ ਮੁੜ ਕੇ ਟਰਾਲੀਆਂ ਵਾਲੇ 2-2 4-4 ਇੱਟਾਂ ਸੁੱਟਦੇ ਰਹਿੰਦੇ ਨੇ। ਉੱਥੇ ਹੌਲੇ ਹੌਲੇ ਕਬਰ ਬਣ ਜਾਂਦੀ ਹੈ, ਹੌਲੇ ਹੌਲੇ ਉੱਥੇ ਇੱਕ ਡੇਰਾ ਬਣ ਜਾਂਦਾ ਹੈ, ਔਰ ਪੀਰ ਬਣ ਜਾਂਦਾ। ਔਰ ਫਿਰ ਉੱਥੇ ਗੱਲ ਧੁਮਾ ਦਿੱਤੀ ਜਾਂਦੀ ਹੈ ਕਿ ਜਿਹੜਾ ਬੰਦਾ ਇੱਥੇ ਮੱਥਾ ਟੇਕ ਕੇ ਨਾ ਜਾਏਗਾ ਉਹਦਾ ਐਕਸੀਡੈਂਟ ਹੋ ਜਾਏਗਾ। ਹੌਲੇ ਹੌਲੇ ਉੱਥੇ ਭੀੜਾਂ, ਇਹ ਹੀ ਕੁਛ ਹੋ ਰਿਹਾ ਨਾ। ਲੇਕਿਨ ਰੱਬੀ ਗੁਣਾਂ ਦੇ ਨਾਲ ਲੋਕ ਨਹੀਂ ਜੁੜੇ। ਗੁਰੂ ਰਹਿਮਤ ਕਰੇ, ਬੰਦਾ ਆਪਣੇ ਅੰਦਰ ਸੋਚੇ ਕਿ ਮੇਰੇ ਅੰਦਰ ਕਿਹੜੀ ਕਿਹੜੀ ਪੋਸੀਬਿਲਿਟੀਜ਼ ਨੇ, ਮੈਂ ਕਿੰਨਾ ਮਹਾਨ ਹੋ ਸਕਦਾ, ਕਿੰਨਾ ਚੰਗਾ ਸੋਚ ਸਕਦਾ ਹਾਂ, ਤਾਂ ਜੀਵਨ ਦੇ ਅੰਦਰ ਬਹੁਤ ਵੱਡਾ ਵਿਕਾਸ ਹੋ ਸਕਦਾ ਹੈ। ਇਹ ਸੰਸਾਰ, ਇਹ ਸਮਾਜ ਸੁਹਾਵਣਾ ਬਣ ਸਕਦਾ ਹੈ। ਸਾਨੂੰ ਇਸ ਪਾਸੇ ਯਤਨ ਕਰਨਾ ਚਾਹੀਦਾ ਹੈ। ਜੋ ਜਨ ਭੇਟੈ ਸਾਧ ਸੰਗ, ਸੋ ਹਰ ਰੰਗ ਮਾਣੀ। ਰੰਗ ਦਾ ਮਤਲਬ ਪਿਆਰ, ਆਨੰਦ, ਮਾਣੀ ਦਾ ਮਤਲਬ ਮਾਣ ਦਾ ਹੈ, ਭੇਟੇ ਦਾ ਮਤਲਬ ਜੋ ਮਿਲੇ, ਸਾਧ ਸੰਗ ਦਾ ਮਤਲਬ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਿਲੇ। ਜੋ ਜਨ ਭੇਟੈ ਸਾਧ ਸੰਗ, ਸੋ ਹਰ ਰੰਗ ਮਾਣੀ। ਉਹ ਮਨੁੱਖ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਿਲ ਜਾਂਦਾ ਹੈ, ਜੋ ਆਪਣਾ ਆਪਾ ਸਮਰਪਿਤ ਕਰ ਦਿੰਦਾ ਹੈ, ਜੋ ਆਪਣੇ
ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ ਹੈ, ਜੋ ਯੂਨੀਵਰਸਲ ਟਰੁੱਥ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾ ਲੈਂਦਾ ਹੈ, ਜੋ ਸਤ ਸੰਤੋਖ ਦਇਆ ਧਰਮ ਦਾ ਧਾਰਨੀ ਹੋ ਜਾਂਦਾ ਹੈ। ਯਾਨੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਂਦਾ ਹੈ, ਉਹ ਪ੍ਰਭੂ ਦੇ ਪਿਆਰ ਦਾ ਮਿਲਾਪ ਦਾ ਆਨੰਦ ਮਾਣਦਾ ਹੈ। ਭਾਵ ਕਹਿਣ ਦਾ ਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੀ ਪ੍ਰਭੂ ਦਾ ਮਿਲਾਪ ਹੈ, ਇਹੀ ਪ੍ਰਭੂ ਦੀ ਭਗਤੀ ਹੈ। ਰੱਬੀ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਰੱਬੀ ਗੁਣਾਂ ਵਿੱਚ ਆਪਣੀ ਸੁਰਤ ਨੂੰ ਲੀਨ ਕਰ ਦੇਣਾ ਹੀ ਰੱਬ ਦੇ ਵਿੱਚ ਲੀਨ ਹੋ ਜਾਣਾ ਹੈ। ਔਰ ਫਿਰ ਉਸ ਮਿਲਾਪ ਦੇ ਆਨੰਦ ਨੂੰ ਬੰਦਾ ਮਾਣਦਾ ਹੈ। ਕਿਵੇਂ ਮਾਣਦਾ ਹੈ? ਕਿਉਂਕਿ ਅਸੀਂ ਇਸ ਢੰਗ ਦੇ ਨਾਲ ਸੋਚਣਾ ਹੈ ਜਿਸ ਕਰਕੇ ਸਾਨੂੰ ਇਹ ਚੀਜ਼ਾਂ ਸਮਝ ਆ ਜਾਣ। ਰੱਬ ਦੇ ਵਿੱਚ ਗੁਣ ਨੇ ਨਾ, ਕਿ ਉਹ ਇੱਕ ਓੰਕਾਰ ਹੈ, ਉਹ ਸਤ ਹੈ, ਉਹ ਨਿਰਭਉ ਨਿਰਵੈਰ ਹੈ। ਇਹ ਗੁਣ ਨੇ ਰੱਬ ਦੇ। ਤੇ ਜਦੋਂ ਅਸੀਂ ਇਹਨਾਂ ਗੁਣਾਂ ਦੇ ਉੱਤੇ ਅਮਲ ਕਰਾਂਗੇ ਤੇ ਇਹਨਾਂ ਗੁਣਾਂ ਰਾਹੀਂ ਜੋ ਸੁੱਖ ਪੈਦਾ ਹੋਏਗਾ, ਫਿਰ ਅਸੀਂ ਉਹਨੂੰ ਮਾਣਾਂਗੇ ਨਾ। ਇਹਨੂੰ ਕਹਿੰਦੇ ਨੇ ਮਿਲਾਪ ਦਾ ਆਨੰਦ। ਜਦੋਂ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ ਮਨ ਬਚਨ ਕਰਮ ਕਰਕੇ, ਤੇ ਸਾਡੇ ਉਸ ਬਿਹੇਵੀਅਰ ਦੇ ਅੰਦਰੋਂ ਜੋ ਸੁੱਖ ਉਪਜੇਗਾ ਉਹਨੂੰ ਅਸੀਂ ਮਾਣਾਂਗੇ ਨਾ। ਇਹੀ ਆਨੰਦ ਹੈ ਪ੍ਰਭੂ ਦੇ ਮਿਲਾਪ ਦਾ। ਰੱਬੀ ਗੁਣਾਂ ਦੇ ਅਨੁਸਾਰ ਜ਼ਿੰਦਗੀ ਜੀਵਿਆਂ ਜੋ ਸਾਡੇ ਜੀਵਨ ਵਿੱਚ ਖੁਸ਼ੀ ਆਨੰਦ ਬਣਦਾ ਹੈ, ਉਹ ਪ੍ਰਭੂ ਦਾ ਮਿਲਾਪ ਹੈ। ਤੇ ਇਸ ਆਨੰਦ ਨੂੰ ਉਹ ਮਾਣਦਾ ਹੈ ਜੋ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ। ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ। ਖਾਣੀ ਦਾ ਮਤਲਬ ਖਾਨ, ਭੰਡਾਰ। ਸੱਚ ਨਾਮ ਦਾ ਮਤਲਬ ਜੋ ਸੱਚਾ ਰੱਬੀ ਹੁਕਮ ਹੈ। ਕਰਤਾ ਪੁਰਖ, ਕਰਤਾ ਦਾ ਮਤਲਬ ਕ੍ਰੀਏਟਰ, ਔਰ ਜੋ ਇਸ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ। ਪੁਰਖ ਦਾ ਮਤਲਬ ਜੋ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ। ਤਾਂ ਪ੍ਰਭੂ ਦਾ ਸੱਚਾ ਹੁਕਮ ਔਰ ਅਕਾਲ ਪੁਰਖ ਇਹ ਰਤਨਾ ਦੀ ਖਾਨ ਹੈ। ਰਤਨਾ ਖਾਣੀ, ਖਾਣੀ ਦਾ ਮਤਲਬ ਖਾਨ, ਇਹ ਰਤਨਾ ਦੀ ਖਾਨ ਹੈ। ਤੇ ਰਤਨ ਕਿਹੜੇ ਨੇ? ਰੱਬੀ ਗੁਣ। ਇਹ ਰਤਨ ਨੇ। ਜਿਵੇਂ ਸੋਨਾ, ਚਾਂਦੀ, ਹੀਰੇ ਜਵਾਹਰਾਤ ਕਿਸੇ ਬੰਦੇ ਦੇ ਕੋਲ ਹੋਣ ਤੇ ਉਹ ਅਮੀਰ ਹੁੰਦਾ ਹੈ ਨਾ। ਕਿ ਇੱਕ ਹੀਰਾ ਹੀ ਕਿੰਨੀ ਵੱਡੀ ਕੀਮਤ ਦਾ ਹੈ। ਤੇ ਜਿਹਦੇ ਕੋਲ ਖਾਨ ਹੋਵੇ ਜਿੰਨੇ ਮਰਜ਼ੀ ਪੁੱਟ ਕੇ ਲਈ ਜਾਓ, ਉਹ ਬੰਦਾ ਕਿੰਨਾ ਅਮੀਰ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਜੋ ਹੁਕਮ ਹੈ, ਰੱਬੀ ਜੋ ਗੁਣ ਨੇ, ਇਹ ਰਤਨਾ ਦੀ ਖਾਨ ਹੈ। ਜਿੰਨਾ ਮਰਜ਼ੀ ਕੱਢੀ ਜਾਓ ਸੁੱਖ। ਸੱਚਾਈ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਨਿਰਵੈਰਤਾ ਹੈ, ਨਿਰਭੈਤਾ ਹੈ। ਇਹ ਰਤਨ ਨੇ, ਔਰ ਰਤਨਾ ਦੀ ਖਾਨ ਤੁਹਾਡੇ ਅੰਦਰ ਹੈ। ਉਹ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ। ਇਹ ਚੀਜ਼ ਨੂੰ ਸਮਝੋ ਕਿ ਕੋਈ ਦੁਨੀਆ ਦੀ ਐਸੀ ਜਗ੍ਹਾ ਹੈ ਜਿੱਥੇ ਅਸੀਂ ਸੱਚ ਨਹੀਂ ਬੋਲ ਸਕਦੇ, ਜਾਂ ਦੁਨੀਆ ਦਾ ਕੋਈ ਐਸਾ ਇਸਤਰੀ ਪੁਰਸ਼ ਹੈ ਜੋ ਸੱਚ ਨਹੀਂ ਬੋਲ ਸਕਦਾ। ਕੋਈ ਦੁਨੀਆ ਦੀ ਐਸੀ ਜਗ੍ਹਾ ਹੈ ਜਿੱਥੇ ਅਸੀਂ ਪ੍ਰੇਮ ਨਾਲ ਨਹੀਂ ਰਹਿ ਸਕਦੇ, ਔਰ ਕੋਈ ਦੁਨੀਆ ਦਾ ਐਸਾ ਇਸਤਰੀ ਪੁਰਸ਼ ਹੈ ਜਿਹਦੇ ਅੰਦਰ ਪ੍ਰੇਮ ਨਾਲ ਰਹਿਣ ਦੀ ਸੰਭਾਵਨਾ ਨਾ ਹੋਵੇ ਸਾਰਿਆਂ ਦੇ ਵਿੱਚ। ਤਾਂ ਇਹਦਾ ਮਤਲਬ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਏ ਨੇ ਨਾ ਗੁਣ ਵੀ, ਸੁੱਖ ਵੀ, ਆਨੰਦ ਵੀ, ਖੇੜਾ ਵੀ, ਪ੍ਰਸੰਨਤਾ ਵੀ। ਉਹ ਸੁੱਖਾਂ ਦੀ ਖਾਨ ਮੇਰੇ ਵਿੱਚ ਵੀ ਹੈ, ਸੁੱਖਾਂ ਦੀ ਖਾਨ ਤੁਹਾਡੇ ਵਿੱਚ ਵੀ, ਸਾਰੀ ਦੁਨੀਆ ਦੇ ਅੰਦਰ ਹੈ। ਪਰ ਜੇ ਉਹਨਾਂ ਨੂੰ ਕੋਈ ਵਰਤੇ ਹੀ ਨਾ, ਜੇ ਸੁੱਖਾਂ ਦੀ ਖਾਨ ਨੂੰ, ਸਮੁੰਦਰ ਨੂੰ, ਸਾਗਰ ਨੂੰ ਵਰਤੇ ਹੀ ਨਾ ਕੋਈ, ਤੇ ਫਿਰ ਤਾਂ ਦੁੱਖ ਹੀ ਹੋਏਗਾ ਹੀ ਨਾ। ਮੇਰੇ ਅੰਦਰ ਖਾਨ ਭਰੀ ਪਈ, ਜਿੰਨਾ ਮਰਜ਼ੀ ਮੈਂ ਸੱਚ ਬੋਲੀ ਜਾਵਾਂ, ਜਿੰਨਾ ਮਰਜ਼ੀ ਮੈਂ ਪਿਆਰ ਦੇ ਨਾਲ ਰਹਾਂ, ਕਿਤਨੀ ਵੀ ਮੈਂ ਕਿਸੇ ਦੀ ਸਹਿਯੋਗ ਕਰਾਂ, ਕੋਈ ਮੁੱਕਣ ਵਾਲੇ ਗੁਣ ਥੋੜਾ ਨੇ। ਐਵੇਂ ਤੁਹਾਡੇ ਵਿੱਚ, ਐਵੇਂ ਸਾਰਿਆਂ ਦੇ ਅੰਦਰ ਨੇ, ਔਰ ਇਹ ਚੀਜ਼ਾਂ ਹਰ ਥਾਂ ਤੇ ਨੇ। ਲੇਕਿਨ ਬੰਦਾ ਇਹਨਾਂ ਨੂੰ ਵਰਤ ਨਹੀਂ ਰਿਹਾ। ਉਹਦਾ ਰੀਜ਼ਨ ਇਹ ਹੈ ਕਿ ਇਸ ਐਂਗਲ ਤੋਂ ਸੋਚਿਆ ਹੀ ਨਹੀਂ। ਸਾਨੂੰ ਸਮਝਾਇਆ ਹੀ ਗਿਆ ਕਿ ਤੁਸੀਂ ਵਰਤ ਰੱਖੋ, ਸਰਾਧ ਰੱਖੋ, ਕਰੋ, ਕੀਰਤਾਂ ਤੇ ਜਾਓ, ਥੋੜੀ ਪਾਠ ਪੂਰਾ ਕਰ ਲਓ, ਥੋੜਾ ਫੋਟੋਆਂ ਨੂੰ ਲੰਗਰ ਪਾਣੀ ਛਕਾ ਦਿਓ, ਤੂੰ ਫਤਿਹ ਖਾ ਦਿਓ, ਮਰਨ ਤੋਂ ਬਾਅਦ ਤੁਹਾਨੂੰ ਸਵਰਗ ਮਿਲ ਜਾਏਗਾ, ਜਾਂ ਨਾ ਕਰੋਗੇ ਨਰਕ ਮਿਲੇਗਾ। ਸਾਨੂੰ ਡਰਾਇਆ ਗਿਆ, ਭਟਕਾਇਆ ਗਿਆ, ਔਰ ਅਸੀਂ ਭਟਕ ਗਏ।
पर साडी जिंदगी के अंदर इन्ने वड्डे विकास ਦੀਆਂ ਸੰਭਾਵਨਾਵਾਂ ਸਨ, ਬੰਦਾ ਉਹਨਾਂ ਤੋਂ ਵਾਂਝਾ ਰਹਿ ਗਿਆ। ਤਾਂ ਗੁਰੂ ਜੀ ਕਹਿੰਦੇ ਨੇ ਇਹ ਪ੍ਰਭੂ ਔਰ ਪ੍ਰਭੂ ਦੇ ਗੁਣ ਇਹ ਸੁੱਖਾਂ ਦੀ ਰਤਨਾਂ ਦੀ ਖਾਨ ਹੈ। ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ, ਜੇ ਮਸਤਕ ਤੇ ਲਿਖਿਆ ਹੋਵੇ ਤਾਂ ਉਹ ਬੰਦਾ ਰੱਬ ਨੂੰ ਯਾਦ ਕਰਦਾ ਹੈ। ਜੇ ਮਸਤਕ ਤੇ ਲਿਖਿਆ ਹੋਵੇ, ਹੁਣ ਸਾਨੂੰ ਫਿਰ ਇੱਥੇ ਇਹ ਚੀਜ਼ ਪੜਾਈ ਗਈ ਹੈ ਕਿ ਕਿਸਮਤ ਰੱਬ ਲਿਖ ਕੇ ਭੇਜਦਾ ਹੈ। ਜੇ ਰੱਬ ਨੇ ਸਾਡੇ ਮਸਤਕ ਤੇ ਲਿਖੇ ਹੀ ਨਹੀਂ ਮਿਲਾਪ ਤੇ ਅਸੀਂ ਕਿਵੇਂ ਮਿਲੀਏ? ਇਹਦਾ ਮਤਲਬ ਅਸੀਂ ਤੇ ਦੋਸ਼ੀ ਨਹੀਂ ਹਾਂ, ਦੋਸ਼ੀ ਤਾਂ ਫਿਰ ਰੱਬ ਹੈ। ਪਰ ਇਹ ਬੇਨਤੀ ਮੈਂ ਕਈ ਵਾਰ ਪਹਿਲਾਂ ਕਰ ਚੁੱਕਾ, ਜਿਵੇਂ ਇੱਕ ਮਾਂ-ਬਾਪ ਦੇ 3 ਜਾਂ 4 ਬੱਚੇ ਨੇ ਤੇ ਉਸ ਮਾਂ-ਬਾਪ ਨੂੰ ਪੈਨ ਕਾਪੀ ਦੇ ਦਿੱਤੀ ਜਾਏ ਵੀ ਆਪਣੇ ਬੱਚੇ ਦੀ ਕਿਸਮਤ ਤੂੰ ਆਪ ਲਿਖ ਲੈ, ਤਾਂ ਮਾਂ-ਬਾਪ ਕਿਹੜੇ ਬੱਚੇ ਦੀ ਕਿਸਮਤ ਚੰਗੀ ਲਿਖੇਗਾ ਔਰ ਕਿਹੜੇ ਦੀ ਮਾੜੀ? 4 ਬੱਚੇ ਨੇ, ਉਹਨਾਂ ਦੇ ਵਿੱਚੋਂ ਲਿਖੇਗਾ ਕਿ ਇੱਕ ਬੰਦਾ ਤੇ ਰਾਸ਼ਟਰਪਤੀ ਬਣ ਜਾਏ ਤੇ ਦੂਜਾ ਬੱਚਾ ਚਪੜਾਸੀ ਰਹੇ, ਕੱਪੜੇ ਉਹਦੇ ਭੈੜੇ ਹੋਣ, ਖਾਣ ਨੂੰ ਉਹਨੂੰ ਰੋਟੀ ਨਾ ਮਿਲੇ, ਤੇ ਤੀਜੇ ਬੱਚੇ ਨੂੰ ਸ਼ੂਗਰ ਹੋ ਜਾਏ ਤੇ ਕੈਂਸਰ ਹੋ ਜਾਏ, ਤੇ ਚੌਥੇ ਦਾ ਐਕਸੀਡੈਂਟ ਹੋ ਜਾਏ ਤੇ ਉਹਨੂੰ ਪੋਲੀਓ ਹੋ ਜਾਏ ਤੇ ਲੱਤਾਂ ਬਾਹਾਂ ਉਹਦੀਆਂ ਟੁੱਟ ਪੈ ਜਾਣ। ਕੋਈ ਐਵੇਂ ਲਿਖੇਗਾ? ਕੋਈ ਮਾਂ-ਬਾਪ ਇਹ ਤੇ ਸੋਚ ਵੀ ਨਹੀਂ ਸਕਦੇ। ਤੇ ਮੈਂ ਜੋ ਗੱਲਾਂ ਕਹਿ ਰਿਹਾ ਇਹ ਵੀ ਸੁਣਨ ਵਾਸਤੇ ਕੋਈ ਤਿਆਰ ਨਹੀਂ ਹੋਏਗਾ। ਇਹ ਤਾਂ ਸੋਚਣਾ ਵੀ ਬੇਵਕੂਫੀ ਹੈ ਕਿ ਇੱਕ ਮਾਂ-ਬਾਪ ਆਪਣੇ ਇੱਕ ਬੱਚੇ ਦੀ ਕਿਸਮਤ ਚੰਗੀ ਲਿਖੇ ਤੇ ਇੱਕ ਦੀ ਮਾੜੀ। ਤੇ ਰੱਬ ਸਾਡੇ ਨਾਲੋਂ ਵੀ ਗਿਆ ਗਵਾਚਿਆ ਹੈ ਕਿ ਇੱਕ ਦੀ ਕਿਸਮਤ ਚੰਗੀ ਲਿਖਦੇ ਤੇ ਇੱਕ ਦੀ ਮਾੜੀ ਲਿਖਦੇ। ਨਾਲੇ ਅਸੀਂ ਕਹਿੰਦੇ ਹਾਂ ਉਹ ਦਿਆਲੂ ਹੈ, ਨਾਲੇ ਅਸੀਂ ਕਹਿੰਦੇ ਹਾਂ ਉਹ ਦਇਆ ਦਾ ਸਾਗਰ ਹੈ, ਨਾਲੇ ਅਸੀਂ ਮੂਲ ਮੰਤਰ ਵਿੱਚ ਰੋਜ਼ ਪੜ੍ਹਦੇ ਹਾਂ ਵੀ ਉਹ ਨਿਰਵੈਰ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ, ਏਕ ਪਿਤਾ ਏਕਸ ਕੇ ਹਮ ਬਾਰਿਕ। ਇਸ ਲਈ ਰੱਬ ਨੇ ਮੱਥੇ ਤੇ ਲਿਖੇ ਲੇਖ ਨੇ ਇਹ ਉਹ ਨਹੀਂ ਹੈ। ਗਲਤ ਵਿਆਖਿਆ ਕੀਤੀ ਹੈ। ਜੋ ਲੋਕ ਕਿਸਮਤਵਾਦੀ ਨੇ ਉਹ ਐਸੀ ਵਿਆਖਿਆ ਕਰਦੇ ਨੇ। ਮਸਤਕ ਦੇ ਲੇਖ ਕੀ ਨੇ ਇਹ ਆਪਾਂ ਬਹੁਤ ਵਾਰੀ ਵਿਚਾਰ ਚੁੱਕੇ ਹਾਂ ਤੇ ਬਾਰ-ਬਾਰ ਇਹ ਸ਼ਬਦ ਆ ਰਹੇ ਨੇ ਤੇ ਬਾਰ-ਬਾਰ ਸਾਨੂੰ ਵਿਚਾਰਨਾ ਚਾਹੀਦਾ ਹੈ, ਜਿਸ ਕਰਕੇ ਸਾਡੀ ਸਮਝ ਵਿੱਚ ਇਹ ਚੀਜ਼ਾਂ ਬਹਿ ਜਾਣ। ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਉਹ ਸਾਡੇ ਦਿਮਾਗ ਦੇ ਅੰਦਰ ਪੈਂਦਾ ਜਾਂਦਾ ਹੈ। ਦੇਖੋ ਬੱਚਾ ਜਨਮ ਲੈਂਦਾ ਹੈ ਨਾ, ਜੇ ਕੋਈ ਸਿੱਖ ਪਰਿਵਾਰ ਵਿੱਚ ਬੱਚਾ ਪੈਦਾ ਹੋਇਆ ਤੇ ਉਹ ਪੰਜਾਬੀ ਬੋਲੇਗਾ ਕਿਉਂਕਿ ਉਹਦੇ ਕੰਨਾਂ ਵਿੱਚ ਪਈ ਪੰਜਾਬੀ ਹੈ, ਤਾਂ ਉਹਦੇ ਮਸਤਕ ਤੇ ਪੰਜਾਬੀ ਲਿਖੀ ਗਈ ਨਾ, ਰੱਬ ਨੇ ਲਿਖ ਕੇ ਨਹੀਂ ਭੇਜੀ, ਇੱਥੇ ਲਿਖੀ ਗਈ। ਜੇ ਕੋਈ ਹਿੰਦੂਆਂ ਦੇ ਘਰ ਪੈਦਾ ਹੋਇਆ ਤੇ ਹਿੰਦੀ ਬੋਲੇਗਾ, ਅੰਗਰੇਜ਼ਾਂ ਦੇ ਘਰ ਅੰਗਰੇਜ਼ੀ ਬੋਲੇਗਾ, ਜੇ ਕੋਈ ਮੁਸਲਮਾਨਾਂ ਵਾਲੇ ਤਾਂ ਉਰਦੂ ਬੋਲੇਗਾ। ਜੋ ਕੁਛ ਉਹਨੇ ਸੁਣਿਆ ਉਹਦੇ ਅੰਦਰ ਸੰਸਕਾਰ, ਫਿਰ ਜੈਸਾ ਉਹਨੇ ਵਤੀਰਾ ਪਰਿਵਾਰ ਵਿੱਚ ਵੇਖਿਆ, ਸਮਾਜ ਵਿੱਚ ਵੇਖਿਆ, ਉਹਦੇ ਅੰਦਰ ਸੰਸਕਾਰ ਪੈਦਾ ਹੁੰਦੇ ਗਏ, ਸੁਭਾਅ ਬਣਦਾ ਗਿਆ, ਆਦਤਾਂ ਬਣ ਗਈਆਂ ਤੇ ਉਹਨਾਂ ਆਦਤਾਂ ਮੁਤਾਬਕ ਬੰਦਾ ਜੀਵੀ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਮਸਤਕ ਤੇ ਲਿਖਣਾ। ਸ਼ੁਰੂ ਤੋਂ ਲੈ ਕੇ ਸੰਸਕਾਰ ਜੇ ਚੰਗੇ ਨੇ, ਜਿਨਨੇ ਆਪਣੇ ਅੰਦਰ ਚੰਗੇ ਸੰਸਕਾਰ ਪੈਦਾ ਕੀਤੇ ਨੇ ਤਾਂ ਉਹ ਚੰਗੇ ਕੰਮ ਕਰੇਗਾ, ਤੇ ਜਿਨੇ ਆਪਣੇ ਅੰਦਰ ਮਾੜੇ ਸੰਸਕਾਰ ਪੈਦਾ ਕਰ ਲੈਣੇ ਉਹ ਮਾੜੇ ਕਰਮ ਕਰੇਗਾ। ਤਾਂ ਮਸਤਕ ਹੋਵੇ ਲਿਖਿਆ, ਆਪਣੇ ਬਣੇ ਹੋਏ ਸੁਭਾਅ ਮੁਤਾਬਕ, ਯਾਨੀ ਸੰਸਕਾਰ ਜਿਹੜੇ ਨੇ ਜਿਹਦੇ ਅੰਦਰ ਚੰਗੇ ਸੰਸਕਾਰ ਲਿਖੇ ਹੋਣ। ਹਰ ਸਿਮਰ ਪ੍ਰਾਣੀ ਦਾ ਮਤਲਬ ਉਹ ਪ੍ਰਾਣੀ ਰੱਬ ਨੂੰ ਯਾਦ ਕਰਦਾ ਹੈ, ਜਿਹਨੇ ਆਪਣੇ ਅੰਦਰ ਇਹ ਸੰਸਕਾਰ ਲਿਖੇ ਨੇ, ਜਿਹਨੇ ਗੁਣ ਧਾਰਨ ਕੀਤੇ ਨੇ। ਤੇ ਜਿਹਨੇ ਧਾਰਨ ਨਹੀਂ ਕੀਤੇ, ਜਿਹਨੇ ਸ਼ਰਾਬ ਨੂੰ ਯਾਦ ਕੀਤਾ ਹੈ, ਦੇਵੀਆਂ ਦੇਵਤਿਆਂ ਨੂੰ ਯਾਦ ਕੀਤਾ ਹੈ, ਉਹਦੇ ਅੰਦਰ ਉਹ ਲਿਖੇ ਗਏ ਨੇ, ਉਹ ਕਰੀ ਜਾਂਦਾ ਹੈ। ਹੁਣ ਤੁਸੀਂ ਆਪਣੇ ਮਸਤਕ ਵਿੱਚ ਕੀ ਲਿਖਣਾ ਚਾਹੁੰਦੇ ਹੋ? ਚੰਗਾ ਮਾੜਾ, ਰੱਬ ਨੂੰ ਹਰ ਥਾਂ ਤੇ ਵੇਖਣਾ, ਰੱਬੀ ਗੁਣਾਂ ਨੂੰ ਆਪਣੇ ਅੰਦਰ ਲਿਖਣਾ, ਜਾਂ ਆਪਣੇ ਅੰਦਰ ਈਰਖਾ ਦਵੇਸ਼ ਵਾਲੇ ਵਿਚਾਰ ਪੈਦਾ ਕਰ ਲੈਣੇ। ਇਹ ਡਿਪੈਂਡ ਬੰਦੇ ਤੇ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਉਹੀ ਮਨੁੱਖ ਰੱਬ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਆਪਣੇ ਅੰਦਰ ਉਸ ਰੱਬੀ ਯਾਦ ਦੇ ਸੰਸਕਾਰ ਪੈਦਾ ਕੀਤੇ ਨੇ, ਆਪਣਾ ਐਸਾ ਸੁਭਾਅ ਬਣਾਇਆ ਹੈ। ਤੋਸਾ ਦਿੱਚੈ ਸੱਚ ਨਾਮ ਨਾਨਕ ਮਹਿਮਾਨੀ। ਤੋਸਾ ਦਾ ਮਤਲਬ ਹੁੰਦਾ ਹੈ ਰਾਹ ਦਾ ਖਰਚ। ਜਿਵੇਂ ਪਹਿਲਾਂ ਜਾਈਦਾ ਸੀ ਨਾ, ਸਫ਼ਰ ਕਰੀਦਾ ਸੀ ਤੇ ਪਰੌਂਠੇ ਬੰਨ ਦਿੰਦੇ ਸਨ ਘਰ ਦੇ, 2-3-4 ਪਰੌਂਠੇ ਬਣਾ ਦੇਣੇ ਵੀ ਰਾਹ ਵਿੱਚ ਖਾ ਲੈਣਾ।
ਕਿਉਂਕਿ ਟਾਈਮ ਜ਼ਿਆਦਾ ਲੱਗਦਾ ਹੁੰਦਾ ਸੀ। ਅੱਜ ਕੱਲ ਵੀ ਲੋਕ ਜਾਂਦੇ ਨੇ ਕਾਰਾਂ ਵਿੱਚ ਤਾਂ ਲੋਕ ਆਪਣੇ ਨਾਲ ਕੋਕ ਵਗੈਰਾ ਜਾਂ ਕੁਝ ਵੀ ਖਾਣ ਪੀਣ ਵਾਸਤੇ ਕੁਛ ਨਾ ਕੁਛ ਰੱਖ ਲੈਂਦੇ ਨੇ। ਅੱਜ ਵੀ ਅਸੀਂ ਸਫ਼ਰ ਕਰਨਾ ਹੈ ਤਾਂ ਸਾਡੇ ਕੋਲ ਖਰਚਾ ਪਾਣੀ ਚਾਹੀਦਾ ਨਾ, ਚਾਹੇ ਕਾਰ ਵਿੱਚ ਅਸੀਂ ਪੈਟਰੋਲ ਪਾਉਣਾ ਹੈ, ਸਾਡੇ ਕੋਲ ਕਾਰਡ ਹੋਵੇ, ਤਾਂ ਉਸ ਦਾ ਮਤਲਬ ਰਾਹ ਦਾ ਖਰਚ। ਹੁਣ ਸਾਡਾ ਜੀਵਨ ਹੈ, ਇਹਦੇ ਵਿੱਚ ਸਾਨੂੰ ਖਰਚ ਚਾਹੀਦਾ ਹੈ ਜ਼ਿੰਦਗੀ ਜੀਣ ਵਾਸਤੇ, ਤੇ ਉਹ ਖਰਚ ਆ ਪੈਸਾ ਵਗੈਰਾ ਨਹੀਂ ਤੁਸੀਂ ਕਮਾ ਹੀ ਰਹੇ। ਹੁਣ ਗੁਰੂ ਜੀ ਮੰਗ ਰਹੇ ਨੇ ਕਿ ਮੈਨੂੰ ਸੱਚ ਨਾਮ, ਕਿ ਇਹ ਮਾਲਕ ਮੈਨੂੰ ਜੀਵਨ ਦਾ ਜਿਹੜਾ ਖਰਚ ਹੈ ਨਾ ਜ਼ਿੰਦਗੀ ਵਿੱਚ, ਉਹ ਸੱਚ ਦੇ। ਰੱਬੀ ਗੁਣ ਜਿਨ੍ਹਾਂ ਨੂੰ ਮੈਂ ਜੀਵਨ ਵਿੱਚ ਖਰਚਾਂ, ਜਿਹੜੇ ਮੇਰੀ ਭੁੱਖ ਨੂੰ ਮਿਟਾਣਗੇ। ਜਿਵੇਂ ਸਾਡੀ ਭੁੱਖ ਨੂੰ ਮਿਟਾਉਣ ਲਈ ਪਰੌਂਠੇ ਅਸੀਂ ਨਾਲ ਬੰਨ੍ਹਦੇ ਹਾਂ ਨਾ, ਤਾਂ ਜੇ ਅਸੀਂ ਆਪਣੀ ਮਾਨਸਿਕ ਭੁੱਖ ਮਿਟਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸ਼ੁਭ ਗੁਣਾਂ ਦਾ ਭੋਜਨ ਕਰਨਾ ਚਾਹੀਦਾ ਹੈ। ਸੱਚਾਈ ਹੈ, ਦਇਆ ਹੈ, ਪਿਆਰ ਮੁਹੱਬਤ ਹੈ। ਨਾਨਕ ਮਹਿਮਾਨੀ ਦਾ ਮਤਲਬ ਹੈਗਾ ਖਾਤਰਦਾਰੀ, ਕਿ ਨਾਨਕ ਦੀ ਖਾਤਰਦਾਰੀ ਇਹੀ ਹੈ ਕਿ ਆਪਣਾ ਸੱਚਾ ਨਾਮ ਮੈਨੂੰ ਖਰਚਣ ਵਾਸਤੇ ਦੇ। ਜਿਵੇਂ ਜਾਈਦਾ ਨਾ ਬਾਹਰ ਬੱਚਾ ਜਾ ਰਿਹਾ ਹੈ ਤੇ ਬੱਚੇ ਨੂੰ ਮਾਂ-ਬਾਪ ਖਰਚ ਦੇ ਦਿੰਦੇ ਨੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ, ਇਸ ਸੰਸਾਰ ਦੇ ਅੰਦਰ ਮੈਂ ਵੀ ਇੱਕ ਮਹਿਮਾਨ ਹਾਂ, ਇੱਕ ਮੁਸਾਫਰ ਹਾਂ, ਤੇ ਇਸ ਜੀਵਨ ਸਫ਼ਰ ਦੇ ਅੰਦਰ ਮੈਨੂੰ ਖਰਚਣ ਵਾਸਤੇ ਆਪਣਾ ਨਾਮ ਦੇ, ਆਪਣੇ ਹੁਕਮ ਦੀ ਸੂਝ ਬਖਸ਼, ਕਿ ਮੈਂ ਤੇਰੇ ਹੁਕਮ ਦੇ ਅੰਦਰ ਤੁਰ ਸਕਾਂ, ਮੈਂ ਤੇਰਾ ਗੁਨਾਹ ਦਾ ਧਾਰਨੀ ਹੋ ਕੇ ਜ਼ਿੰਦਗੀ ਬਿਤਾ ਸਕਾਂ, ਮੈਨੂੰ ਇਹ ਖਰਚ ਦੇ। ਤਾਂ ਇਹਦਾ ਭਾਵ ਕਿ ਅਸੀਂ ਇਸ ਸੰਸਾਰ ਦੇ ਅੰਦਰ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਆਪਣੀ ਜ਼ਿੰਦਗੀ ਜੀਣ ਦਾ ਯਤਨ ਕਰਨਾ ਹੈ, ਤਾਂ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਔਰ ਸੁਚੱਜਾ ਹੋ ਸਕਦਾ ਹੈ। ਤਾਂ ਸਾਡੇ ਅੰਦਰ ਦੇਖੋ ਕਿੰਨਾ ਵੱਡੀਆਂ ਪੋਸੀਬਿਲਿਟੀਜ਼ ਨੇ ਜੋ ਅਸੀਂ ਆਪਣੇ ਇਸ ਜੀਵਨ ਦੇ ਅੰਦਰ ਪ੍ਰਾਪਤ ਕਰ ਸਕਦੇ ਹਾਂ। ਔਰ ਬੜੇ ਪਿਆਰ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਇਸ ਸਮਝਾਇਆ ਹੈ ਇਹਨਾਂ ਸ਼ਲੋਕਾਂ ਦੇ ਅੰਦਰ ਔਰ ਇਹਨਾਂ ਪੌੜੀਆਂ ਦੇ ਅੰਦਰ, ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲੀ ਗੱਲ ਸਾਨੂੰ ਇਹ ਸਮਝਾਈ ਹੈ ਕਿ ਉਹ ਦਿਨ ਸੁਹਾਵਣਾ ਹੈ ਜਦੋਂ ਸਾਨੂੰ ਰੱਬ ਯਾਦ ਆਉਂਦਾ ਹੈ। ਤਾਂ ਜੇ ਅਸੀਂ ਆਪਣੇ ਇਸ ਜੀਵਨ ਸਫ਼ਰ ਨੂੰ ਸੁਹਾਵਣਾ ਬਣਾਉਣਾ ਚਾਹੁੰਦੇ ਹਾਂ ਹਰ ਦਿਨ ਨੂੰ, ਤਾਂ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਰੁੱਤ ਕੋਈ ਵੀ ਹੋਵੇ ਉਹ ਤਾਂ ਹੀ ਭਲੀ ਔਰ ਸੁਖਦਾਈ ਹੈ ਜੇ ਅਸੀਂ ਰੱਬੀ ਗੁਣਾਂ ਦੇ ਨਾਲ ਜੁੜਦੇ ਹਾਂ। ਇਸ ਲਈ ਜੇ ਹਰ ਰੁੱਤ ਨੂੰ ਅਸੀਂ ਸੁਖਦਾਈ ਬਣਾਉਣਾ ਚਾਹੁੰਦੇ ਹਾਂ, ਹਰ ਰੁੱਤ ਵਿੱਚ ਆਨੰਦ ਮਾਣਨਾ ਚਾਹੁੰਦੇ ਹਾਂ, ਤਾਂ ਸਾਨੂੰ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਤੀਜੀ ਗੱਲ ਇਹ ਸਮਝਾਈਏ ਕਿ ਜਗਤ ਦੇ ਅੰਦਰ ਸੱਚੇ ਮਿੱਤਰ ਸਾਡੇ ਸ਼ੁਭ ਗੁਣ ਨੇ, ਜੋ ਸਾਨੂੰ ਸੁਖੀ ਔਰ ਸ਼ਾਂਤ ਕਰ ਦਿੰਦੇ ਨੇ, ਜੋ ਸਾਨੂੰ ਆਤਮਿਕ ਜੀਵਨ ਤੱਕ ਪਹੁੰਚਾਉਂਦੇ ਨੇ। ਪਰ ਜਿਹੜੇ ਸਾਡੇ ਆਤਮਿਕ ਜੀਵਨ ਵਿੱਚ ਇੱਕ ਪਲ ਵਾਸਤੇ ਵੀ ਨਾ ਤੁਰਨ, ਉਹ ਸਾਡੇ ਮਿੱਤਰ ਨਹੀਂ, ਉਹ ਸਾਡੇ ਦੁਸ਼ਮਣ ਕਹੇ ਜਾ ਸਕਦੇ ਨੇ। ਇਸ ਲਈ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੈ ਔਰ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਾ ਮਿੱਤਰ ਬਣਾਉਣਾ ਹੈ। ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਦੇ ਗੁਣ ਨੇ, ਇਹਨਾਂ ਨੂੰ ਅਸੀਂ ਮਿਲ ਕੇ ਮੰਨਣਾ ਹੈ। ਔਰ ਜਦੋਂ ਕੋਈ ਬੰਦਾ ਗੁਣਾਂ ਦਾ ਧਾਰਨੀ ਹੁੰਦਾ ਹੈ, ਉਹਦੇ ਜੀਵਨ ਦੇ ਅੰਦਰ ਸੁੱਖ ਪੈਦਾ ਹੁੰਦੇ ਨੇ ਔਰ ਉਸ ਦੀ ਸਾਰੀ ਜ਼ਿੰਦਗੀ ਦੀ ਜੋ ਪਿਆਸਾ ਹੈ, ਤ੍ਰਿਸ਼ਨਾ, ਮਿਟ ਜਾਂਦੀ ਹੈ। ਇਸ ਲਈ ਵੱਡੇ ਅਕਾਲ ਪੁਰਖ ਦੀ ਰਜ਼ਾ ਦੇ ਅੰਦਰ ਤੁਰਨਾ ਹੀ ਜੀਵਨ ਸਫਲਤਾ ਦਾ ਇੱਕੋ ਇੱਕ ਰਾਹ ਹੈ। ਔਰ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਡਿਠੜੋ ਹਬ ਠਾਏ, ਕੋਈ ਵੀ ਐਸਾ ਥਾਂ ਨਹੀਂ ਜਿੱਥੇ ਰੱਬ ਨਾ ਹੋਵੇ। ਉਹ ਹਰ ਥਾਂ ਦੇ ਉੱਤੇ, ਹਰ ਸਮੇਂ, ਹਰ ਵਿਅਕਤੀ ਦੇ ਅੰਦਰ ਸਮਾਇਆ ਹੋਇਆ ਹੈ। ਪਰ ਨਜ਼ਰੀ ਉਹਨੂੰ ਪੈਂਦਾ ਹੈ, ਅਨੁਭਵ ਉਹ ਕਰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ। ਯਾਨੀ ਗੁਰਬਾਣੀ ਮੁਤਾਬਕ ਜੋ ਜ਼ਿੰਦਗੀ ਜੀਂਦਾ ਹੈ, ਉਸ ਪ੍ਰਭੂ ਨੂੰ ਚਾਰ ਚੁਫੇਰੇ ਵੇਖਦਾ, ਅਨੁਭਵ ਕਰਦਾ, ਹਰ ਇਨਸਾਨ ਨੂੰ ਉਸ ਪ੍ਰਭੂ ਦਾ ਰੂਪ ਕਰਕੇ ਜਾਣਦਾ ਹੈ। ਬਾਕੀ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਜਿਹੜੇ ਪਾਪ ਔਰ ਵਿਕਾਰ ਨੇ, ਬਿਜਲੀ ਦੇ ਲਿਸ਼ਕਾਰੇ ਦੀ ਤਰ੍ਹਾਂ ਨੇ, ਇੱਕ ਪਲ ਦਾ ਚਾਨਣਾ ਹੁੰਦਾ ਹੈ, ਨਾਲ ਹੀ ਉਹ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਪਾਪਾਂ ਵਿਕਾਰਾਂ ਦੇ ਵਿੱਚੋਂ ਇੱਕ ਪਲ ਦਾ ਹੀ ਕਿਸੇ ਨੂੰ ਸੁੱਖ ਮਿਲ ਸਕਦਾ ਹੈ, ਬਾਕੀ ਤਾਂ ਫਿਰ ਦੁੱਖ ਹੀ ਦੁੱਖ ਹੈ। ਔਰ ਇਹ ਸੰਸਾਰ ਨਾਸ਼ਮਾਨ ਹੈ, ਇੱਥੇ ਸਦਾ ਕਿਸੇ ਨੇ ਬੈਠੇ ਨਹੀਂ ਰਹਿਣਾ। ਇਸ ਲਈ 4 ਦਿਨ ਦੀ ਜ਼ਿੰਦਗੀ ਵਾਸਤੇ ਈਰਖਾ, ਦਵੈਸ਼, ਵੈਰ ਵਿਰੋਧ ਵਾਲੀ ਜ਼ਿੰਦਗੀ ਨਹੀਂ ਜੀਣੀ ਚਾਹੀਦੀ, ਸਗੋਂ ਸ਼ੁਭ ਗੁਣਾਂ ਦੇ ਨਾਲ ਜੁੜ ਕੇ ਪ੍ਰਭੂ ਦੇ ਗੁਣਾਂ ਦਾ ਆਨੰਦ ਮਾਣਨਾ ਚਾਹੀਦਾ ਹੈ। ਸਿਮਰਤੀਆਂ, ਸ਼ਾਸਤਰ, ਵੇਦ ਆਦਿਕ
ਇੱਕੋ ਹੀ ਗੱਲ ਕਹਿ ਰਹੇ ਨੇ ਕਿ ਪ੍ਰਭੂ ਦਾ ਅੰਤ ਨਹੀਂ ਪਾਇਆ ਜਾਂਦਾ, ਇਸ ਲਈ ਸਾਨੂੰ ਅਨੰਤ ਦੇ ਨਾਲ ਜੁੜਨਾ ਚਾਹੀਦਾ ਹੈ। ਪਰ ਮਿਲਦਾ ਉਹਨੂੰ ਹੈ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਦੇ ਅੰਦਰ ਆਉਂਦਾ ਹੈ, ਔਰ ਸਾਡੇ ਅੰਦਰ ਰਤਨਾਂ ਦੀ ਖਾਨ ਹੈ, ਭਾਵ ਕਿ ਅਨੰਤ ਗੁਣ ਨੇ ਜਿਨ੍ਹਾਂ ਨੂੰ ਹਰ ਇਨਸਾਨ ਹਰ ਵੇਲੇ ਮਾਣ ਸਕਦਾ ਹੈ। ਐਸੀ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹਰ ਥਾਂ ਤੇ ਹਰ ਸਮੇਂ ਹੈ। ਦੇਖੋ ਕਿੰਨਾ ਸੌਖਾ ਮਾਰਗ ਸੁਖੀ ਔਰ ਸ਼ਾਂਤ ਹੋਣ ਦਾ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ। ਗੁਰੂ ਜੀ ਰਹਿਮਤ ਕਰਨ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਆਪ ਕਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅਗਲੀ ਵਿਚਾਰ ਭਾਈ ਤਰਲੋਚਨ ਸਿੰਘ ਜੀ ਵੀਰ ਜੀ ਕਰਨਗੇ। ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ ਵਿੱਚ ਕੋਈ ਛੋਟਾ ਮੋਟਾ ਸਵਾਲ ਪੁੱਛਣਾ ਹੈ ਤਾਂ ਉਹ ਅਨਮਿਊਟ ਹੋ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ, ਵਿਊਜ਼ ਦੇਣੇ ਨੇ, ਉਹ ਆਪਣੇ ਵਿਊਜ਼ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।